ਸਤਿ ਸ਼੍ਰੀ ਅਕਾਲ ਜੀ। ਸਟੱਡੀ ਸਪੀਡ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਹੈ 27 ਜਨਵਰੀ ਤੇ ਅੱਜ ਦਾ ਦਿਨ ਬੜਾ ਖਾਸ ਰਹਿਣ ਵਾਲਾ ਹੈ। ਥੋੜਾ ਜਿਹਾ ਹੋ ਸਕਦਾ ਹੈ ਵੀ ਲੈਕਚਰ ਲੰਬਾ ਚਲਾ ਜਾਵੇ, ਥੋੜਾ ਜਿਹਾ ਸਬਰ ਬਣਾਈ ਰੱਖਿਓ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਲਾਸਟ ਸਲਾਈਡ ਦੇ ਵਿੱਚ ਜੋ ਕੁਐਸਚਨ ਰੱਖੇ ਹੁੰਦੇ ਆ ਉਹਨਾਂ ਨੂੰ ਵੀ ਜ਼ਰੂਰ ਅਟੈਂਪਟ ਕਰਿਓ। ਚਲੋ ਜੀ, ਅੱਜ ਦਾ ਜਿਹੜਾ ਲੈਕਚਰ ਆ ਆਪਾਂ ਸਟਾਰਟ ਕਰਦੇ ਹਾਂ। ਜਿਹੜੇ ਆਪਾਂ ਲਾਸਟ ਲੈਕਚਰ ਦੇ ਵਿੱਚ ਕੁਐਸਚਨ ਪੁੱਛੇ ਸੀ, ਪਹਿਲਾਂ ਆਪਾਂ ਉਹ ਦੇਖਾਂਗੇ, ਫਿਰ ਉਸ ਤੋਂ ਬਾਅਦ ਦੇਖਾਂਗੇ ਉਹਨਾਂ ਦੇ ਆਨਸਰ ਤੇ ਉਸ ਤੋਂ ਬਾਅਦ ਦੇਖਾਂਗੇ ਆਪਾਂ ਨੂੰ ਉਹਨਾਂ ਦੇ ਆਨਸਰ ਕਿਹਨਾਂ ਤੋਂ ਮਿਲਿਆ। ਉਸ ਤੋਂ ਬਾਅਦ ਜਾਣਾਂਗੇ ਅੱਜ ਦੀ ਕਲਾਸ ਦੇ ਵਿੱਚ ਕਰੰਟ ਅਫੇਅਰ ਵਿੱਚ ਕੀ ਖਾਸ ਰਹਿਣ ਵਾਲਾ ਹੈ। ਇੱਕ ਬੇਨਤੀ ਹੈ ਵੀ ਜਿਹੜੇ ਚੈਨਲ 'ਤੇ ਨਵੇਂ ਹੁੰਦੇ ਆ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦਿਆ ਕਰੋ ਜੀ, ਤੇ ਵੀਡੀਓ ਨੂੰ ਵੀ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ। ਤੁਹਾਨੂੰ ਡਿਸਲਾਈਕ ਕਰਨ ਦਾ ਵੀ ਪੂਰਾ ਹੱਕ ਹੈ। ਜੇ ਤੁਹਾਨੂੰ ਵੀਡੀਓ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ, ਪਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ ਵੀ ਕਿੱਥੇ ਜੇ ਕਮੀ ਆ, ਆਪਾਂ ਉਸ ਦੇ ਵਿੱਚ ਸੁਧਾਰ ਲਿਆਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਚਲੋ ਜੀ, ਹੁਣ ਆਪਾਂ ਚੱਲਦੇ ਹਾਂ ਕੁਐਸਚਨ 'ਤੇ। ਜੋ ਆਪਾਂ ਲਾਸਟ ਲੈਕਚਰ ਦੇ ਵਿੱਚ ਕੁਐਸਚਨ ਪੁੱਛੇ ਸੀ ਉਹ ਸੀ, ਵਿਚ ਇੰਸਟੀਚਿਊਟ ਸਿਲੈਕਟ ਫॉर आपदा प्रबंधन पुरस्कार इन द इंस्टीट्यूशनल कैटेगरी। ਕੱਲ੍ਹ ਮੈਂ ਇਹ ਕਰਵਾਇਆ ਸੀ ਜੋ ਆਪਦਾ ਪ੍ਰਬੰਧਨ ਪੁਰਸਕਾਰ ਹੈ, ਠੀਕ ਹੈ, 2021 ਦਾ। ਇਹ ਪਹਿਲੀ ਵਾਰ ਹੈ ਜੋ ਅਨਾਊਂਸ ਕੀਤਾ ਜਾ ਰਿਹਾ ਹੈ ਅਤੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ 23 ਜਨਵਰੀ ਨੂੰ ਜੋ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਨ ਜੋ ਪਹਿਲੀ ਵਾਰ ਹੈ, ਉਹਨਾਂ ਦੇ ਜਨਮ ਦਿਨ 'ਤੇ ਜੋ ਪਰਾਕਰਮ ਦਿਵਸ ਹੈ ਸੈਲੀਬ੍ਰੇਟ ਕੀਤਾ ਗਿਆ, ਤਾਂ ਉੱਥੇ ਹੀ ਹੈ ਜੋ ਆਪਦਾ ਪ੍ਰਬੰਧਨ ਪੁਰਸਕਾਰ ਹੈ ਇਹ ਵੀ ਅਨਾਊਂਸ ਕੀਤਾ ਗਿਆ। ਆਪਦਾ ਮਤਲਬ ਮੁਸੀਬਤ ਦਾ ਜੋ ਸੋਲਿਊਸ਼ਨ ਕੱਢਦੇ ਆ ਉਹਨਾਂ ਲਈ ਹੈ ਜੋ ਇਹ ਪੁਰਸਕਾਰ ਅਨਾਊਂਸ ਕੀਤੇ ਜਾਂਦੇ ਆ, ਜੋ ਇਸ ਤਰ੍ਹਾਂ ਦੇ ਖੇਤਰ ਦੇ ਵਿੱਚ ਜੋ ਆਪਦਾ ਯੋਗਦਾਨ ਪਾਉਂਦੇ ਆ। ਅਤੇ ਇਹ ਇੰਸਟੀਟਿਊਸ਼ਨਲ ਦੇ ਜੋ ਖੇਤਰ ਦੇ ਵਿੱਚ ਗਿਆ ਤਾਂ ਇਹ ਗਿਆ ਜੀ ਸਸਟੇਨੇਬਲ ਇਨਵਾਇਰਨਮੈਂਟ ਐਂਡ ਇਕੋਲੋਜੀਕਲ ਡਿਵੈਲਪਮੈਂਟ ਸੁਸਾਇਟੀ ਆ, ਇਸ ਨੂੰ ਹੈ ਇੰਸਟੀਟਿਊਸ਼ਨਲ ਦੇ ਖੇਤਰ ਦੇ ਵਿੱਚ ਗਿਆ। ਅਤੇ ਇਹਦੇ ਵਿੱਚ ਜੋ ਇੰਸਟੀਟਿਊਸ਼ਨਲ ਜੋ ਇਹ ਅਵਾਰਡ ਦਿੱਤਾ ਜਾਊਗਾ, ਇੰਸਟੀਟਿਊਸ਼ਨ ਦੇ ਖੇਤਰ ਦੇ ਵਿੱਚ 51 ਲੱਖ ਦਾ ਜੋ ਇਨਾਮ ਦਿੱਤਾ ਜਾਊਗਾ। ਅਤੇ ਇੰਡੀਵਿਜੂਅਲੀ ਜੋ ਦਿੱਤਾ ਗਿਆ ਉਹ ਵੀ ਪਤਾ ਹੋਣਾ ਚਾਹੀਦਾ, ਉਹ ਦਿੱਤਾ ਗਿਆ ਡਾਕਟਰ ਰਜਿੰਦਰ ਕੁਮਾਰ ਜੀ ਨੂੰ ਦਿੱਤਾ ਗਿਆ। ਅਤੇ ਇਸ ਦੇ ਖੇਤਰ ਦੇ ਵਿੱਚ ਕਿੰਨਾ ਦਿੱਤਾ ਜਾਂਦਾ ਹੈ, ਜਿਹੜਾ ਇੰਡੀਵਿਜੂਅਲੀ ਪਰਸਨ ਨੂੰ ਦਿੱਤਾ ਜਾਊਗਾ 5 ਲੱਖ ਰੁਪਏ ਦਾ ਜੋ ਇਸ ਦੇ ਵਿੱਚ ਇਨਾਮ ਦਿੱਤਾ ਜਾਊਗਾ। ਠੀਕ ਹੈ ਜੀ, ਇਹ ਹਰ ਸਾਲ ਹੈ, ਹੁਣ ਅਨਾਊਂਸ ਹੋਣਗੇ। ਚਲੋ ਜੀ, ਹੁਣ ਆਪਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਠੀਕ ਹੈ, ਜੋ 51ਵਾਂ ਜਿਹੜਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋਇਆ ਗਾ, ਠੀਕ ਹੈ, ਇੰਡੀਆ ਦਾ ਜਿਹੜਾ ਇਹ ਹੋਇਆ ਫੈਸਟੀਵਲ ਗੋਆ ਦੇ ਵਿੱਚ, ਇਸ ਦੇ ਵਿੱਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਹੈ ਉਹ ਕਿਸ ਨੂੰ ਮਿਲਿਆ? ਤਾਂ ਉਹ ਮਿਲਿਆ ਜੀ ਵਿਟੋਰੀਓ ਸਟੈਰਰ। ਠੀਕ ਹੈ ਜੀ, ਸਟੈਰਰ, ਵਿਟੋਰੀਓ ਸਟੈਰਰ ਨੂੰ ਹੈ ਜੋ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ। ਆਪਾਂ ਦੇਖਿਆ ਸੀ ਜਦੋਂ ਇਸ ਦੀ ਕਲੋਜ਼ਿੰਗ ਸੈਰਮਨੀ ਸੀ, ਆਪਾਂ ਇਸ ਦੇ ਵਿੱਚ ਜੋ ਇੰਪੋਰਟੈਂਟ ਆਪਣੇ ਲਈ ਜੋ ਯਾਦ ਰੱਖਣ ਯੋਗ ਸੀਗੇ, ਠੀਕ ਹੈ, ਅਵਾਰਡ ਉਹ ਆਪਾਂ ਕਰ ਲਏ ਸੀਗੇ। ਨੈਕਸਟ ਫਿਰ ਚੱਲਦੇ ਹਾਂ। ਓਪਨਿੰਗ ਫਿਲਮ ਸੀਗੀ ਅਨਦਰ ਰਾਊਂਡ, ਜੋ ਓਪਨਿੰਗ ਫਿਲਮ ਇਹ ਸੀਗੀ ਤਾਂ ਇਹ ਕਿਹੜੀ ਜਿਹੜੀ ਹੈਗੀ ਆ ਕੰਟਰੀ ਨਾਲ ਸੰਬੰਧ ਰੱਖਦੀ ਸੀ, ਇਹ ਪੁੱਛਿਆ ਸੀ। ਤਾਂ ਇਸ ਦਾ ਆਨਸਰ ਕੀ ਆਉਣਾ ਸੀ? ਡੈਨਮਾਰਕ। ਠੀਕ ਹੈ ਜੀ, ਡੈਨਮਾਰਕ ਦੀ ਸੀ ਇਹ ਅਨਦਰ ਰਾਊਂਡ। ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਵਨ ਸਕੂਲ ਵਨ ਆਈਐਸ ਸਕੀਮ ਲਾਂਚਡ ਬਾਈ ਵਿਚ ਸਟੇਟ। ਤਾਂ ਇਹ ਜੋ ਵਨ ਸਕੂਲ ਵਨ ਆਈਐਸ ਜਿਹੜੀ ਸਕੀਮ ਹੈ ਇਹ ਕਿਹੜੀ ਸਟੇਟ ਦੇ ਦੁਆਰਾ ਲਾਂਚ ਕੀਤੀ ਗਈ ਸੀ? ਕੇਰਲਾ ਦੁਆਰਾ ਜੋ ਇਹ ਲਾਂਚ ਕੀਤੀ ਗਈ ਸੀ। ਠੀਕ ਹੈ ਜੀ, ਅਤੇ ਇਸ ਦੇ ਨਾਲ ਹੀ ਮਿਲਦੀ ਜੁਲਦੀ ਯੂਪੀ ਦੁਆਰਾ ਵੀ ਇੱਕ ਸਕੀਮ ਹੈ ਜੋ ਲਾਂਚ ਕੀਤੀ ਗਈ ਸੀ, ਜੋ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਦੇ ਆ ਉਹਨਾਂ ਦੇ ਲਈ। ਕੀ ਸੀ? ਅਭ ਯੁੱਧ ਆਇਆ। ਠੀਕ ਹੈ ਜੀ, ਅਭ ਯੁੱਧ ਆਇਆ ਨਾਮ ਦੀ ਹੈ ਜੋ ਇੱਦਾਂ ਦੀ ਲਾਂਚ ਕਰੀ ਗਈ ਹੈ ਯੂਪੀ ਦੁਆਰਾ। ਚਲੋ ਜੀ, ਹੁਣ ਆਪਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਨੈਸ਼ਨਲ ਗਰਲ ਚਾਈਲਡ ਡੇ ਅਬਜ਼ਰਵਡ ਔਨ। ਇਹ ਕਿਹੜੇ ਦਿਨ ਹੈ ਜੋ ਨੈਸ਼ਨਲ ਗਰਲ ਚਾਈਲਡ ਡੇ ਹੈ ਸੈਲੀਬ੍ਰੇਟ ਕੀਤਾ ਜਾਂਦਾ? ਤਾਂ ਇਹ ਕਰਿਆ ਜਾਂਦਾ ਜੀ 24 ਜਨਵਰੀ ਨੂੰ ਆ ਇਹ ਸੈਲੀਬ੍ਰੇਟ ਕਰਿਆ ਜਾਂਦਾ। ਅਤੇ ਇਸੇ ਹੀ ਦਿਨ ਹੈ ਇੱਕ ਹੋਰ ਯਾਦ ਰੱਖਿਓ, ਇੰਟਰਨੈਸ਼ਨਲ ਐਜੂਕੇਸ਼ਨਲ ਡੇ ਵੀ ਹੈ ਜਿਹੜਾ 24 ਜਨਵਰੀ ਨੂੰ ਹੀ ਹੈ ਸੈਲੀਬ੍ਰੇਟ ਕੀਤਾ ਜਾਂਦਾ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਗਿਰ ਨੈਸ਼ਨਲ ਪਾਰਕ ਸਿਚੁਏਟਡ ਇਨ ਵਿਚ ਸਟੇਟ। ਇਹ ਜੋ ਗਿਰ ਨੈਸ਼ਨਲ ਪਾਰਕ ਹੈ ਇਹ ਕਿਹੜੀ ਸਟੇਟ ਦੇ ਵਿੱਚ ਦੇਖਣ ਨੂੰ ਮਿਲਦਾ ਹੈ? ਗੁਜਰਾਤ ਦੇ ਵਿੱਚ ਇਹ ਦੇਖਣ ਨੂੰ ਮਿਲਦਾ। ਆਪਾਂ ਰੋਜ਼ ਦੀ ਰੋਜ਼ ਹੈ ਜੋ ਸਟੇਟ ਅਬਾਊਟ ਦੇਖਦੇ ਹਾਂ, ਜਿੱਥੇ ਸਟੇਟ ਦੀ ਨਿਊਜ਼ ਬਣੀ ਹੁੰਦੀ ਆ ਉੱਥੇ ਆਪਾਂ ਨੈਸ਼ਨਲ ਪਾਰਕ ਵੀ ਡਿਸਕਸ ਕਰਦੇ ਹਾਂ। ਇੱਕ ਮੈਂ ਕੁਐਸਚਨ ਦੇ ਵਿੱਚ ਵੀ ਜ਼ਰੂਰ ਰੱਖਦਾ, ਅੱਜ ਵੀ ਰੱਖਿਆ, ਐਂਡ ਵਾਲੀ ਸਲਾਈਡ 'ਤੇ ਜਾ ਕੇ ਜ਼ਰੂਰ ਦੇਖਿਓ, ਵੀਡੀਓ 'ਤੇ ਐਂਡ ਤੱਕ ਬਣੇ ਰਹੋ। ਚਲੋ ਜੀ, ਹੁਣ ਆਪਾਂ ਨੈਕਸਟ ਕੁਐਸਚਨ ਦੇਖ ਲੈਂਦੇ ਹਾਂ। ਵਿਚ ਇਜ਼ ਦਾ ਓਲਡੈਸਟ ਨੈਸ਼ਨਲ ਪਾਰਕ ਆਫ ਇੰਡੀਆ। ਇੰਡੀਆ ਦਾ ਜਿਹੜਾ ਹੈਗਾ ਓਲਡੈਸਟ ਨੈਸ਼ਨਲ ਪਾਰਕ ਕਿਹੜਾ ਦੇਖਣ ਨੂੰ ਮਿਲਦਾ ਜੀ? ਜਿਮ ਕਾਰਬੇਟ ਨੈਸ਼ਨਲ ਪਾਰਕ ਹੈ, ਇਹ ਸਭ ਤੋਂ ਓਲਡੈਸਟ ਨੈਸ਼ਨਲ ਪਾਰਕ ਹੈ ਇੰਡੀਆ ਦਾ, ਜਿਹੜਾ ਕਿੱਥੇ ਸਿਚੁਏਟਡ ਹੈ? ਉੱਤਰਾਖੰਡ ਦੇ ਵਿੱਚ ਹੈ, ਇਸ ਦੀ ਲੋਕੇਸ਼ਨ ਦੇਖਣ ਨੂੰ ਮਿਲਦੀ ਹੈ। ਚਲੋ ਜੀ, ਹੁਣ ਆਪਾਂ ਆਪਣੀ ਚੱਲਦੇ ਹਾਂ ਅੱਗੇ, ਕਿਹਨਾਂ ਨੇ ਇਹਨਾਂ ਦੇ ਆਨਸਰ ਦਿੱਤੇ ਆਪਾਂ ਪਹਿਲਾਂ ਉਹ ਜਾਣ ਲੈਂਦੇ ਹਾਂ, ਫਿਰ ਦੇਖਾਂਗੇ ਨਿਊਜ਼ 'ਤੇ। ਇਹਨਾਂ ਦੇ ਆਨਸਰ ਆਪਾਂ ਨੂੰ ਮਿਲਿਆ ਗੁਰਪ੍ਰੀਤ ਭੁੱਲਰ, ਬਹਾਦਰ ਸਿੰਘ ਅਤੇ ਖੁਸ਼ਬੂ। ਠੀਕ ਹੈ ਜੀ, ਇਹਨਾਂ ਤੋਂ ਮਿਲ ਰਿਹਾ ਹੈ, ਰੋਜ਼ ਦੀ ਰੋਜ਼ ਹੀ ਆਨਸਰ ਆ ਰਹੇ ਹੈ।
ਤੇ ਬਾਕੀ ਵੀ ਤੁਸੀਂ ਜਿੰਨੇ ਵੀ ਦੇਖ ਰਹੇ ਹੋ ਚਾਹੇ ਇੱਕ ਕੁਐਸਚਨ ਦਾ ਹੀ ਆਨਸਰ ਆਉਂਦਾ, ਪਰ ਤੁਸੀਂ ਕੁਐਸਚਨ ਨੂੰ ਜ਼ਰੂਰ ਅਟੈਂਪਟ ਕਰੋ, ਟਰਾਈ ਜ਼ਰੂਰ ਕਰੋ, ਠੀਕ ਹੈ ਜੀ। ਇੱਕ ਬੇਨਤੀ ਹੈ ਵੀ ਇਹ ਜਿਹੜੀ ਹੈਗੀ ਆ ਮੈਂ ਗੱਲ ਕਹੀ ਹੈ ਵੀ ਆਨਸਰ ਸਾਰੇ ਹੀ ਦੇਣ ਦੀ ਟਰਾਈ ਕਰਿਆ ਕਰੋ, ਤਾਂ ਕਿ ਮੈਨੂੰ ਵੀ ਥੋੜ੍ਹਾ ਜਿਹਾ ਹੌਸਲਾ ਹੋ ਜਾਵੇ ਵੀ ਤੁਸੀਂ ਧਿਆਨ ਨਾਲ ਸੁਣ ਰਹੇ ਹੋ, ਠੀਕ ਹੈ। ਸ਼ੁਰੂ ਤੋਂ ਲੈ ਕੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ। ਚਲੋ ਜੀ, ਹੁਣ ਆਪਾਂ ਆਪਣੇ ਫਸਟ ਜਿਹੜਾ ਹੈਗਾ ਇੰਪੋਰਟੈਂਟ ਡੇ ਦੇਖ ਲੈਂਦੇ ਹਾਂ। ਕੱਲ੍ਹ ਅਸੀਂ 26 ਜਨਵਰੀ ਨੂੰ ਤੁਹਾਨੂੰ ਪਤਾ ਰਿਪਬਲਿਕ ਡੇ ਸੈਲੀਬ੍ਰੇਟ ਕੀਤਾ ਜਾਂਦਾ, ਅਤੇ ਆਪਾਂ ਇਸੇ ਦਿਨ ਹੀ ਕਿਉਂ ਕਰਦੇ ਹਾਂ 26 ਜਨਵਰੀ ਨੂੰ, ਉਹ ਵੀ ਆਪਾਂ ਨੈਕਸਟ ਸਲਾਈਡ ਦੇ ਵਿੱਚ ਦੇਖ ਲਾਂਗੇ ਡਿਟੇਲ ਦੇ ਵਿੱਚ। ਪਹਿਲਾਂ ਆਪਾਂ ਇਹ ਦੇਖ ਲੈਂਦੇ ਹਾਂ ਰਿਪਬਲਿਕ ਡੇ ਜੋ ਆਪਾਂ ਸੈਲੀਬ੍ਰੇਟ ਕਰਿਆ, ਇਸ ਦੇ ਵਿੱਚ ਕੀ ਖਾਸ ਰਿਹਾ, ਠੀਕ ਹੈ, ਉਹ ਗੱਲ ਆਪਾਂ ਡਿਸਕਸ ਕਰ ਲੈਂਦੇ ਹਾਂ। ਜਿਹੜਾ ਇਹ ਆਪਣੇ ਦੇਸ਼ ਦੇ ਜੋ PM ਦੇਖਣ ਨੂੰ ਮਿਲਦੇ ਆ, ਪ੍ਰੈਜ਼ੀਡੈਂਟ ਨਰਿੰਦਰ ਮੋਦੀ ਜੀ, ਅਤੇ ਆਪਣੇ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਜੀ, ਅਤੇ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ ਜੀ, ਅਤੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਜੀ, ਇਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਜੋ ਰਾਜਪਾਥ 'ਤੇ ਹੈ ਕੀ ਲਹਿਰਾਇਆ ਗਿਆ, ਝੰਡਾ ਲਹਿਰਾਇਆ ਗਿਆ, ਠੀਕ ਹੈ ਜੀ। ਅਤੇ ਇਸ ਵਾਰ ਜੋ ਤੁਹਾਨੂੰ ਪਤਾ ਹੈ ਅੰਬਾਲਾ ਵਿਖੇ ਇੱਕ ਈਵੈਂਟ ਹੋਇਆ ਸੀ, ਫਰਾਂਸ ਮੇਡ ਜੋ ਰਫੇਲ ਏਅਰਕ੍ਰਾਫਟ ਹੈ ਆਪਾਂ ਆਪਣੀ ਇੰਡੀਅਨ ਏਅਰ ਫੋਰਸ ਦੇ ਵਿੱਚ ਜੋ ਸ਼ਾਮਿਲ ਕਰੇ ਸੀਗੇ, ਅਤੇ ਇਹਨਾਂ ਨੂੰ ਇਸ ਦੇ ਵਿੱਚ ਵੀ ਜੋ ਝਾਂਕੀ ਕੱਢੀ ਗਈ, ਠੀਕ ਹੈ, ਜੋ ਰਿਪਬਲਿਕ ਡੇ ਪਰੇਡ ਦੇ ਵਿੱਚ ਜੋ ਇਹ ਸ਼ਾਮਿਲ ਹੋਏ, ਠੀਕ ਹੈ, ਪਹਿਲੀ ਵਾਰ ਇਹਨਾਂ ਨੂੰ ਸ਼ਾਮਿਲ ਕਰਿਆ ਗਿਆ ਰਫੇਲ ਏਅਰਕ੍ਰਾਫਟ ਨੂੰ, ਇਹ ਵੀ ਇੰਪੋਰਟੈਂਟ ਹੈ। ਅਤੇ ਇਸ ਵਾਰ ਜੋ ਝਾਂਕੀਆਂ ਕੱਢੀਆਂ ਜਾਂਦੀਆਂ, ਠੀਕ ਹੈ, ਰਿਪਬਲਿਕ ਡੇ 'ਤੇ ਜੋ ਝਾਂਕੀਆਂ ਕੱਢੀਆਂ ਜਾਂਦੀਆਂ ਉਸ ਦੇ ਵਿੱਚ 32 ਝਾਂਕੀਆਂ ਕੱਢੀਆਂ ਗਈਆਂ, 17 ਉਸ ਦੇ ਵਿੱਚ ਵੇਰੀਅਸ ਸਟੇਟ ਨੇ ਜਿਹੜਾ ਹੈਗਾ ਪਾਰਟ ਲਿਆ, ਅਤੇ UT ਨੇ ਵੀ ਲਿਆ, ਠੀਕ ਹੈ, ਅਤੇ 9 ਉਸ ਦੇ ਵਿੱਚੋਂ ਮਿਨਿਸਟਰੀਜ਼ ਨੇ ਪਾਰਟ ਲਿਆ, ਅਤੇ 6 ਜੋ ਸੀਗੀਆਂ ਡਿਫੈਂਸ ਆਰਮ ਦੀਆਂ ਜਿਹੜੀਆਂ ਹੈਗੀਆਂ ਝਾਂਕੀਆਂ ਸੀਗੀਆਂ। ਅਤੇ ਪਹਿਲੀ ਵਾਰ ਤੁਹਾਨੂੰ ਪਤਾ ਹੈ ਜੋ ਲਦਾਖ ਯੂਨੀਅਨ ਟੈਰੀਟਰੀ ਹੈ, ਠੀਕ ਹੈ, ਜਿਹੜੀ 2019 ਦੇ ਵਿੱਚ ਕ੍ਰੀਏਟ ਕੀਤੀ ਗਈ, ਇਸ ਦੀ ਵੀ ਝਾਂਕੀ ਆਪਾਂ ਨੂੰ ਇਸ ਦੇ ਵਿੱਚ ਦੇਖਣ ਨੂੰ ਮਿਲੀ, ਠੀਕ ਹੈ, ਅਤੇ ਜੰਮੂ ਐਂਡ ਕਸ਼ਮੀਰ ਦੀ ਵੀ ਜਿਹੜੀ ਹੈਗੀ ਹੈ ਝਾਂਕੀ ਦੇਖਣ ਨੂੰ ਮਿਲੀ, ਪਹਿਲੀ ਵਾਰ ਹੈ, ਕਿਉਂਕਿ 2019 ਦੇ ਵਿੱਚ ਤੁਹਾਨੂੰ ਪਤਾ ਜੰਮੂ ਐਂਡ ਕਸ਼ਮੀਰ ਅਤੇ ਲਦਾਖ ਨੂੰ ਜੋ ਯੂਨੀਅਨ ਟੈਰੀਟਰੀ ਬਣਾਇਆ ਗਿਆ, ਅਤੇ ਪਹਿਲੀ ਵਾਰ ਹੈ ਪਰੇਡ ਡੇ 'ਤੇ ਜੋ ਹੈ ਇਹਨਾਂ ਦੀ ਝਾਂਕੀ ਦੇਖਣ ਨੂੰ ਆਪਾਂ ਨੂੰ ਮਿਲੀ। ਅਤੇ ਇੱਕ ਹੋਰ ਇੰਪੋਰਟੈਂਟ ਗੱਲ, ਜੋ ਭਾਵਨਾ ਕਾਂਤ ਹੈ, ਇਹ ਪਹਿਲੀ ਜਿਹੜੀ ਹੈਗੀ ਹੈ ਫੀਮੇਲ ਬਣੀ ਹੈ। ਜਦੋਂ ਫਸਟ ਕੋਈ ਫੀਮੇਲ ਇੱਦਾਂ ਦਾ ਆ ਜੇ, ਠੀਕ ਹੈ, ਉਹ ਆਪਣੇ ਲਈ ਇੰਪੋਰਟੈਂਟ ਹੋ ਜਾਂਦਾ, ਤਾਂ ਇਸ ਨੂੰ ਯਾਦ ਰੱਖਿਓ। ਫਸਟ ਫੀਮੇਲ ਕੀ ਬਣੀ ਹੈ, ਫਾਈਟਰ ਜੈਟ ਪਾਇਲਟ ਬਣੀ ਹੈ, ਜਿਸ ਨੇ ਕੀ ਕਰਿਆ ਇੰਡੀਅਨ ਏਅਰ ਫੋਰਸ ਵੱਲੋਂ ਜੋ ਝਾਂਕੀ ਕੱਢੀ ਗਈ ਸੀ ਉਸ ਦੀ ਪਰੇਡ ਦੇ ਵਿੱਚ ਹੈ ਇਹ ਸ਼ਾਮਿਲ ਸੀ, ਠੀਕ ਹੈ। ਭਾਵਨਾ ਸਿੰਘ ਇਹ ਕਿਹੜੀ ਸਟੇਟ ਦੇ ਨਾਲ ਸੰਬੰਧ ਰੱਖਦੀ ਹੈ, ਬਿਹਾਰ ਦੇ ਨਾਲ ਸੰਬੰਧ ਰੱਖਦੀ ਹੈ। ਅਤੇ ਇਸ ਵਾਰ ਦੀ ਜੋ ਪਰੇਡ ਹੋਈ ਹੈ, ਠੀਕ ਹੈ, ਪਹਿਲਾਂ ਇਸ ਦੇ ਵਿੱਚ ਜੋ ਸਪੈਕਟੇਟ ਕਰਨ ਵਾਲੇ ਯਾਨੀ ਕਿ ਜਿਹੜੇ ਹੈਗੇ ਆ ਦੇਖਣ ਵਾਲੇ ਹੁੰਦੇ ਸੀ, ਉਹ ਕਹਿ ਤਾਂ 1.25 ਲੱਖ ਹੁੰਦੇ ਸੀ, ਠੀਕ ਹੈ, 1,25,000 ਦੀ ਜਿਹੜੀ ਹੈਗੀ ਗਿਣਤੀ ਦੇਖਣ ਨੂੰ ਮਿਲਦੀ ਸੀ। ਇਸ ਵਾਰ ਕਿੰਨੀ ਦੇਖਣ ਨੂੰ ਮਿਲੀ ਹੈ, 25,000 ਦੇਖਣ ਨੂੰ ਮਿਲੀ ਹੈ। ਅਤੇ ਇੱਕ ਪਹਿਲਾਂ ਜਿਹੜੀ ਹੈਗੀ ਆ ਚਿਲਡਰਨ ਪਰੇਡ ਵੀ ਕੱਢੀ ਜਾਂਦੀ ਸੀ, ਅਤੇ ਉਹ ਵੀ ਮਿਸ ਰਹੀ, ਅਤੇ ਇਸ ਦੇ ਵਿੱਚ ਜੋ ਇਹਨਾਂ ਨੂੰ ਅਵਾਰਡ ਦਿੱਤਾ ਜਾਂਦਾ ਸੀ, ਬਰੇਵਰੀ ਅਵਾਰਡ ਵੀ ਦਿੱਤਾ ਜਾਂਦਾ ਸੀ, ਉਹ ਵੀ ਇਸ ਜਿਹੜੀ ਹੈਗੀ ਆ ਪਰੇਡ ਦੇ ਵਿੱਚ ਮਿਸ ਦੇਖਣ ਨੂੰ ਮਿਲਿਆ। ਚਲੋ ਜੀ, ਹੁਣ ਆਪਾਂ ਅੱਗੇ ਦੇਖ ਲੈਂਦੇ ਹਾਂ। ਅਤੇ ਜੋ ਇਹ ਝਾਂਕੀਆਂ ਕੱਢੀਆਂ ਗਈਆਂ ਉਸ ਦੇ ਵਿੱਚ ਵੀ ਆਪਾਂ ਕੁਛ ਕੁ ਇੰਪੋਰਟੈਂਟ ਗੱਲਾਂ ਦੇਖ ਲੈਂਦੇ ਹਾਂ। ਜੋ ਲਦਾਖ ਦਾ ਸੀ, ਠੀਕ ਹੈ, ਇਸ ਦੇ ਵਿੱਚ ਕੀ ਇੰਪੋਰਟੈਂਟ ਹੈ, ਜਿਵੇਂ ਆਪਾਂ ਲਾਈਕ ਇੱਕ ਦੇਖੀਏ, ਜਿਵੇਂ ਇਹ ਸਨ ਟੈਂਪਲ ਹੈ, ਸਨ ਟੈਂਪਲ ਆਫ ਮੋਡੇਰਾ, ਠੀਕ ਹੈ, ਇਸ ਦਾ ਵੀ ਜਿਹੜਾ ਹੈਗਾ ਟੈਂਪਲ ਵਾਂਗੂ ਉਸ ਦਾ ਬਣਾ ਕੇ, ਠੀਕ ਹੈ, ਜੋ ਕੱਢਿਆ ਗਈ ਝਾਂਕੀ ਕੱਢੀ ਗਈ, ਠੀਕ ਹੈ, ਜਿਵੇਂ ਆਪਾਂ ਕਹਿ ਦਈਏ ਵੀ ਇੱਕ ਹਿਸਾਬ ਦਾ ਉਸ ਦਾ ਮਾਡਲ ਤਿਆਰ ਕਰਕੇ ਜਿਵੇਂ ਕੱਢਿਆ ਜਾਂਦਾ ਨਾ, ਉਵੇਂ ਦੀ ਝਾਂਕੀ ਕੱਢੀ ਗਈ। ਇਹ ਗੁਜਰਾਤ ਦਾ ਮੋਡੇਰਾ ਟੈਂਪਲ ਦੀ ਕੱਢੀ ਗਈ ਆ। ਹੁਣ ਇਹ ਮੋਡੇਰਾ ਨਿਊਜ਼ ਦੇ ਵਿੱਚ ਹੋ ਸਕਦਾ ਇਸ ਤੋਂ ਸਿੱਧਾ ਕੁਐਸਚਨ ਬਣ ਜੇ ਵੀ ਮੋਡੇਰਾ ਟੈਂਪਲ ਹੈ ਜਿਹੜਾ ਸਨ ਟੈਂਪਲ ਜਿਹੜਾ ਮੋਡੇਰਾ ਇਹ ਕਿਹੜੀ ਸਟੇਟ ਦੇ ਨਾਲ ਸੰਬੰਧ ਰੱਖਦਾ ਹੈ, ਇੱਦਾਂ ਵੀ ਪੁੱਛਿਆ ਜਾ ਸਕਦਾ, ਜਾਂ ਪੁੱਛਿਆ ਜਾ ਸਕਦਾ ਜਿਵੇਂ ਲਦਾਖ ਨੇ ਜਿਹੜੀ ਝਾਂਕੀ ਕੱਢੀ ਹੈ ਉਹ ਕਿਹੜੇ ਵਿਜ਼ਨ 'ਤੇ ਕੱਢੀ ਹੈ, ਇਹ ਪੁੱਛਿਆ ਜਾਊਗਾ, ਠੀਕ ਹੈ, ਇੱਦਾਂ ਵੀ ਪੁੱਛਿਆ ਜਾ ਸਕਦਾ ਫੋਰ ਕਾਰਬਨ ਨਿਊਟਰਲ, ਠੀਕ ਹੈ। ਸੰਭਾਵਨਾ ਲੈ ਕੇ ਚੱਲਦੇ ਹਾਂ ਵੀ ਆਪਾਂ ਕਿਵੇਂ ਬਣ ਸਕਦਾ, ਇਹ ਆਪ ਦੀ ਆਪ ਵੀ ਤੁਸੀਂ ਕਰ ਸਕਦੇ ਹੋ, ਅਤੇ ਜਿਹੜੇ ਇਹ ਦਿੱਤੇ ਆ PDF ਦੇ ਵਿੱਚ ਤੁਹਾਨੂੰ ਮਿਲ ਹੀ ਜਾਏਗਾ, ਟੈਲੀਗ੍ਰਾਮ 'ਤੇ ਜਾ ਕੇ ਤੁਹਾਨੂੰ, ਠੀਕ ਹੈ, PDF ਮਿਲ ਜਾਏਗਾ। ਹਾਂ, ਇੱਕ ਹੋਰ ਗੱਲ, ਇੱਕ ਨਾ ਕਮੈਂਟ ਆਇਆ ਹੋਇਆ ਸੀ ਵੀ ਇਹ ਫ੍ਰੀ ਜਿਹੜਾ ਹੈਗਾ ਇਸ 'ਤੇ ਕੋਈ ਕੋਸਟ ਵਗੈਰਾ ਵੀ ਹੈ ਕਿ ਇਹ ਫ੍ਰੀ ਹੈ। ਫਿਰ ਮੈਂ ਕਹਿਣਾ ਗਾ ਵੀ ਆਪਣਾ ਸਾਰਾ ਕੁਛ ਹੈ ਜੋ ਪਹਿਲੇ ਦਿਨ ਤੋਂ ਲੈ ਕੇ ਐਂਡ ਵਾਲੇ ਦਿਨ ਤੱਕ ਜਮਾਂ ਫ੍ਰੀ ਆਫ ਕੋਸਟ ਚੱਲੇਗਾ। ਕੋਈ PDF ਕੁਛ ਵੀ ਤੁਹਾਡਾ 1 ਵੀ ਰੁਪਿਆ ਨਹੀਂ ਲੱਗਣਾ, ਬਸ ਤੁਹਾਡੇ ਆਪਣੇ ਡਾਟੇ 'ਤੇ ਹੀ ਰੁਪਿਆ ਲੱਗਣਾ ਗਾ। ਉਹ ਵੀ ਜੇ ਰੱਬ ਨੇ ਮਿਹਰ ਕਰੀ ਤਾਂ ਅੱਗੇ ਕੁਛ ਨਾ ਕੁਛ ਜੁਗਾੜ ਲਵਾਉਣ ਦੀ ਆਪਾਂ ਦੇਖਾਂਗੇ, ਠੀਕ ਹੈ ਜੀ। ਅਤੇ ਪਹਿਲੇ ਤੋਂ ਲੈ ਕੇ, ਠੀਕ ਹੈ, ਪਹਿਲੇ ਦਿਨ ਤੋਂ ਲੈ ਕੇ ਐਂਡ ਵਾਲੇ ਦਿਨ ਤੱਕ ਜਦੋਂ ਤੱਕ ਚੈਨਲ ਦੇ ਸਾਹ ਚੱਲਣਗੇ ਫ੍ਰੀ ਆਫ ਕੋਸਟ ਹੋਊਗਾ। ਚਲੋ ਜੀ, ਹੁਣ ਆਪਾਂ ਵਾਪਸ ਆਉਣੇ ਆ, ਅਤੇ ਇਹ ਕੁਛ ਕੁ ਜਿਹੜੀਆਂ ਹੈਗੀਆਂ ਗੱਲਾਂ ਦੇਖ ਲਿਓ। ਅਤੇ ਜਿਹੜਾ ਹੈਗਾ 26 ਜਨਵਰੀ ਨੂੰ ਹੀ ਆਪਾਂ ਕਿਉਂ ਜਿਹੜਾ ਹੈਗਾ ਦਿਨ ਇਹ ਸੈਲੀਬ੍ਰੇਟ ਕਰਦੇ ਹਾਂ ਰਿਪਬਲਿਕ ਡੇ ਵਜੋਂ, ਠੀਕ ਹੈ ਜੀ। 31 ਦਸੰਬਰ 1929 ਦੇ ਵਿੱਚ ਕੀ ਹੁੰਦਾ ਹੈ, ਇੱਕ ਵਰਡ ਨਿਕਲ ਕੇ ਆਉਂਦਾ ਹੈ ਪੂਰਨ ਸਵਰਾਜ ਦਾ, ਠੀਕ ਹੈ ਜੀ, ਪੂਰਨ ਸਵਰਾਜ ਦਾ ਜੋ ਵਰਡ ਨਿਕਲ ਕੇ ਆਉਂਦਾ, ਠੀਕ ਹੈ। ਅਤੇ ਫਿਰ ਕੀ ਹੁੰਦਾ ਹੈ 26 ਜਨਵਰੀ
1930 ਨੂੰ ਪੂਰਨ ਸਵਰਾਜ ਦੀ ਪੂਰੇ ਕੰਪਲੀਟਲੀ ਤੌਰ 'ਤੇ ਜੋ ਮੰਗ ਕੀਤੀ ਜਾਂਦੀ ਹੈ, ਠੀਕ ਹੈ। 26 ਜਨਵਰੀ 1930 ਨੂੰ ਜੋ ਪੂਰਨ ਸਵਰਾਜ ਦੀ ਮੰਗ ਕੀਤੀ ਜਾਂਦੀ ਹੈ। ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਤੁਹਾਨੂੰ ਪਤਾ ਇੱਕ ਤਾਂ ਇਹ ਗੱਲ ਹੋ ਗਈ ਵੀ 26 ਜਨਵਰੀ 1930 ਨੂੰ ਪੂਰਨ ਸਵਰਾਜ ਦੀ ਜੋ ਹੈ ਨਹਿਰੂ ਜੀ ਦੁਆਰਾ ਜਿਹੜਾ ਹੈਗਾ ਇਹ ਵਰਡ ਨਿਕਲ ਕੇ ਆਇਆ ਸੀ ਪੂਰਨ ਸਵਰਾਜ ਦਾ, ਅਤੇ 1930 ਦੇ ਵਿੱਚ ਇਹ ਪੂਰੀ ਤਰ੍ਹਾਂ ਮੰਗ ਕੀਤੀ ਜਾਂਦੀ ਹੈ। ਅਤੇ ਉਸ ਤੋਂ ਬਾਅਦ ਕੀ ਹੋਇਆ, ਤੁਹਾਨੂੰ ਪਤਾ ਜੋ ਆਪਣਾ ਇੰਡੀਅਨ ਕੌਂਸਟੀਟਿਊਸ਼ਨ ਹੈ 26 ਨਵੰਬਰ 1949 ਦੇ ਵਿੱਚ ਹੈ ਜੋ ਬਣ ਕੇ ਤਿਆਰ ਹੋ ਗਿਆ ਸੀ, ਅਤੇ ਇਸ ਨੂੰ ਜੋ ਆਪਾਂ ਪੂਰੀ ਤਰ੍ਹਾਂ ਅਡਾਪਟ ਕਰਿਆ ਉਹ ਕਰਿਆ 26 ਜਨਵਰੀ 1950 ਨੂੰ ਹੈ ਜੋ ਆਪਾਂ ਇਸ ਨੂੰ ਪੂਰੀ ਤਰ੍ਹਾਂ ਅਡਾਪਟ ਕਰਿਆ। ਤਾਂ ਕਰਕੇ ਜਿਹੜੀ ਇਹ 26 ਜਨਵਰੀ ਦੀ ਡੇਟ ਹੈ ਇਹ ਇੰਪੋਰਟੈਂਟ ਹੋ ਜਾਂਦੀ ਹੈ, ਤਾਂ ਕਰਕੇ ਹੀ ਹੈ ਜੋ ਰਿਪਬਲਿਕ ਡੇ ਹੈ ਆਪਾਂ 26 ਜਨਵਰੀ ਨੂੰ ਸੈਲੀਬ੍ਰੇਟ ਕਰਦੇ ਹਾਂ। ਅਤੇ ਹੁਣ ਜਿਹੜਾ ਆਪਣਾ ਫਲੈਗ ਲਹਿਰਾਇਆ ਜਾਂਦਾ, ਤਿਰੰਗਾ ਲਹਿਰਾਇਆ ਜਾਂਦਾ, ਇਸ ਦੇ ਅਬਾਊਟ ਵੀ ਆਪਾਂ ਕੁਛ ਕੁ ਗੱਲਾਂ ਜਿਹੜੀਆਂ ਹੈਗੀਆਂ ਸਾਂਝੀਆਂ ਕਰ ਲੈਂਦੇ ਹਾਂ। ਜੋ ਇਹ ਫਲੈਗ ਹੈ ਇਸ ਨੂੰ ਆਪਾਂ ਜਿਹੜਾ ਅਡਾਪਟ ਕਦੋਂ ਕਰਿਆ, ਜਿਹੜਾ ਆਪਣਾ ਇਹ ਨੈਸ਼ਨਲ ਫਲੈਗ ਵਜੋਂ ਕਦੋਂ ਅਡਾਪਟ ਕਰਿਆ, ਤਾਂ ਇਹ ਕਰਿਆ ਜੀ 22 ਜੁਲਾਈ 1947 ਦੇ ਵਿੱਚ ਹੈ ਇਸ ਨੂੰ ਆਪਾਂ ਨੈਸ਼ਨਲ ਫਲੈਗ ਵਜੋਂ ਹੈ ਜੋ ਅਡਾਪਟ ਕਰਿਆ। ਅਤੇ ਜੋ ਇਹ ਪਹਿਲੀ ਵਾਰ ਇਸ ਦਾ ਡਿਜ਼ਾਈਨ ਕਦੋਂ ਬਣਾਇਆ ਗਿਆ ਸੀ 1921 ਦੇ ਵਿੱਚ, ਠੀਕ ਹੈ ਜੀ। ਪਿੰਗਾਲੀ ਜੋ ਵੈਨਕਾਇਆ ਸੀ ਇਸ ਪਰਸਨ ਦੁਆਰਾ, ਠੀਕ ਹੈ, ਇਸ ਯੰਗ ਪਰਸਨ ਦੁਆਰਾ 1921 ਦੇ ਵਿੱਚ ਮਹਾਤਮਾ ਗਾਂਧੀ ਜੀ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ, ਠੀਕ ਹੈ, ਪ੍ਰੈਜ਼ੈਂਟ ਕਰਿਆ ਸੀ। ਇਹ ਹੋ ਸਕਦਾ ਸਿੱਧਾ ਸਿੱਧਾ ਪੁੱਛਿਆ ਜਾਊਗਾ ਜਿਹੜਾ 1921 ਦੇ ਵਿੱਚ, ਜਾਂ ਹੋ ਸਕਦਾ ਵੀ ਕਿੰਨੇ ਦੇ ਵਿੱਚ ਕੀਤਾ ਗਿਆ ਹੈ ਨਾ, ਜਾਂ ਪੁੱਛ ਲਿਆ ਜਾਊਗਾ ਕਿਸ ਦੁਆਰਾ ਕੀਤਾ ਗਿਆ, ਤਾਂ ਇਹ ਸੀਗਾ ਪਿੰਗਾਲੀ ਵੈਨਕਾਇਆ ਦੁਆਰਾ ਜੋ ਹੈ ਇਹ ਡਿਜ਼ਾਈਨ ਬਣਾਇਆ ਗਿਆ ਸੀ ਜੋ ਮਹਾਤਮਾ ਗਾਂਧੀ ਜੀ ਨੂੰ ਪ੍ਰੈਜ਼ੈਂਟ ਕਰਾਇਆ ਗਿਆ ਸੀ 1921 ਦੇ ਵਿੱਚ। ਅਤੇ ਇਹ ਕੁਛ ਕੁ ਗੱਲਾਂ ਜੋ ਰਿਪਬਲਿਕ ਡੇ ਦੇ ਨਾਲ ਸੰਬੰਧਿਤ ਹੈ, ਇਹਨਾਂ ਤੋਂ ਹੋ ਸਕਦਾ ਕੋਈ ਨਾ ਕੋਈ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਜੇ, ਸਾਰੀਆਂ ਨੋਟ ਡਾਊਨ ਕਰਦੇ ਜਾਓ, ਜਿੰਨੀਆਂ ਤੁਸੀਂ ਯਾਦ ਰੱਖ ਸਕਦੇ ਹੋ, ਠੀਕ ਹੈ। ਅਤੇ ਜਿਹੜੀਆਂ ਤੁਸੀਂ ਮਤਲਬ ਲੱਗਦਾ ਵੀ ਨਹੀਂ ਯਾਦ ਰਹਿਣਗੀਆਂ ਉਹਨਾਂ ਨੂੰ ਨੋਟ ਡਾਊਨ ਕਰਦੇ ਜਾਓ। ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਮਹਾਵੀਰ ਜਿਹੜਾ ਹੈਗਾ ਚੱਕਰ ਅਵਾਰਡ, ਜਿਹੜਾ ਮਹਾਵੀਰ ਚੱਕਰ ਅਵਾਰਡ ਹੈ ਇਹ ਦਿੱਤਾ ਗਿਆ ਕਿਹਨਾਂ ਨੂੰ, ਸੰਤੋਸ਼ ਬਾਬੂ ਜੀ ਨੂੰ। ਜਿਹੜਾ ਇਹ ਅਵਾਰਡ ਹੈ, ਜਿਵੇਂ ਆਪਾਂ ਕਹਿ ਦਈਏ ਜਿਵੇਂ ਸਿਵਲੀਅਨ ਅਵਾਰਡ ਦਿੱਤੇ ਜਾਂਦੇ ਹਨ, ਭਾਰਤ ਰਤਨ ਸਭ ਤੋਂ ਹਾਈਐਸਟ ਸਿਵਲੀਅਨ ਅਵਾਰਡ ਹੈ, ਉੱਦਾਂ ਹੀ ਜਿਹੜਾ ਹੈਗਾ ਆਰਮ ਫੋਰਸਿਸ ਹੈ, ਠੀਕ ਹੈ, ਇਸ ਦੇ ਵਿੱਚ ਜੋ ਐਨੀਮੀ ਦੇ ਅੱਗੇ ਬਹਾਦਰੀ ਦਿਖਾਉਂਦੇ ਆ ਉਹਨਾਂ ਨੂੰ ਵੀ ਮੈਡਲ ਦਿੱਤੇ ਜਾਂਦੇ ਆ। ਜਿਵੇਂ ਕਿ ਆਪਣਾ ਸਭ ਤੋਂ ਹਾਈਐਸਟ ਸਿਵਲੀਅਨ ਜਿਹੜਾ ਹੈਗਾ, ਹਾਈਐਸਟ ਸਿਵਲੀਅਨ ਹੈਗਾ, ਹਾਈਐਸਟ ਜੋ ਇਸ ਖੇਤਰ ਦੇ ਵਿੱਚ, ਠੀਕ ਹੈ, ਆਰਮ ਫੋਰਸਿਸ ਨੂੰ ਦਿੱਤਾ ਜਾਂਦਾ ਹੈ, ਤਾਂ ਹਾਈਐਸਟ ਅਵਾਰਡ ਕਿਹੜਾ ਹੈਗਾ ਉਹ ਹੈਗਾ ਜੀ ਪਰਮਵੀਰ ਚੱਕਰ, ਠੀਕ ਹੈ ਜੀ। ਪਰਮਵੀਰ ਚੱਕਰ ਹੈ ਜੋ ਸਭ ਤੋਂ ਹਾਈਐਸਟ ਅਵਾਰਡ ਹੈ ਇਸ ਖੇਤਰ ਦੇ ਵਿੱਚ, ਅਤੇ ਇਹਨਾਂ ਨੂੰ ਕਿਹੜਾ ਦਿੱਤਾ ਗਿਆ, ਮਹਾਵੀਰ ਚੱਕਰ। ਇਹ ਕਿਹੜਾ ਹੈਗਾ, ਇਹ ਸੈਕਿੰਡ ਹਾਈਐਸਟ ਹੈ, ਸੈਕਿੰਡ ਹਾਈਐਸਟ ਅਵਾਰਡ ਆ ਜੋ ਦਿੱਤਾ ਗਿਆ। ਇਹਨਾਂ ਦੀ ਜਿਹੜਾ ਹੈਗਾ, ਇਹਨਾਂ ਨੇ ਗੈਲਵਨ ਵੈਲੀ ਦੇ ਵਿੱਚ ਹੈ ਜੋ ਬਹੁਤ ਜਿਹੜੇ ਹੈਗੇ ਆ ਬਹਾਦਰੀ ਨਾਲ ਹੈ ਜੋ ਸਾਹਮਣਾ ਕੀਤਾ ਸੀ ਅਤੇ ਸ਼ਹੀਦ ਹੋ ਗਏ ਸੀ, ਅਤੇ ਇਹਨਾਂ ਨੂੰ ਹੈ ਇਸ ਜਿਹੜਾ ਹੈਗਾ ਮਹਾਵੀਰ ਚੱਕਰ ਦੇ ਨਾਲ ਹੈ ਜੋ ਨਵਾਜਿਆ ਗਿਆ। ਯਾਦ ਰੱਖਿਓ ਕਿ ਇਹਨਾਂ ਨੂੰ ਸੰਤੋਸ਼ ਬਾਬੂ ਜੀ ਹੈ ਇਹਨਾਂ ਦਾ ਨਾਮ ਹੈ, ਠੀਕ ਹੈ, ਇਹ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ। ਅਤੇ ਹੋਰ ਵੀ ਹੈ 455 ਹੋਰ ਵੀ ਜਿਹੜੇ ਹੈਗੇ ਆ ਬਹਾਦਰੀ ਦੇ ਜੋ ਪੁਰਸਕਾਰ ਦਿੱਤੇ ਗਏ ਹੈ, ਪਰ ਆਪਣੇ ਲਈ ਇਹ ਇੰਪੋਰਟੈਂਟ ਹੋ ਜਾਂਦਾ ਜਿਹੜਾ ਇਹ ਮਹਾਵੀਰ ਚੱਕਰ ਹੈ, ਜਿਹੜਾ ਹੈਗਾ ਸੈਕਿੰਡ ਹਾਈਐਸਟ ਅਵਾਰਡ ਹੈ, ਇਹ ਕਿਹਨੂੰ ਦਿੱਤਾ ਗਿਆ। ਯਾਦ ਰੱਖਿਓ ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇਹ ਇੰਪੋਰਟੈਂਟ ਹੋ ਜਾਂਦਾ। ਅਤੇ ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਹਾਂ, ਇਹ ਦੇਖ ਲੈਂਦੇ ਹਾਂ ਜੋ ਮਹਾਵੀਰ ਚੱਕਰ ਹੈ, ਹੋ ਸਕਦਾ ਵੀ ਪੁੱਛ ਲਿਆ ਜਾਵੇ ਜੋ ਪਹਿਲੀ ਵਾਰ ਇਹ ਕਿਸ ਨੂੰ ਦਿੱਤਾ ਗਿਆ ਸੀ। ਇਹ ਦਿੱਤਾ ਗਿਆ ਸੀ, ਯਾਦ ਰੱਖਿਓ, ਜਗਮੋਹਨ ਨਾਥ ਨੂੰ ਹੈ ਜੋ ਫਸਟ ਟਾਈਮ 1962 ਦੇ ਵਿੱਚ ਦਿੱਤਾ ਗਿਆ ਸੀ। 1 ਜਨਵਰੀ 1962 ਦੇ ਵਿੱਚ ਜਗਮੋਹਨ ਨਾਥ ਨੂੰ ਹੈ ਜੋ ਫਸਟ ਟਾਈਮ ਮਹਾਵੀਰ ਚੱਕਰ ਦਿੱਤਾ ਗਿਆ ਸੀ, ਠੀਕ ਹੈ। ਅਤੇ ਫਸਟ ਜੋ ਹਾਈਐਸਟ ਅਵਾਰਡ ਇਸ ਖੇਤਰ ਦੇ ਵਿੱਚ ਕਿਹੜਾ ਹੈਗਾ, ਪਰਮਵੀਰ ਚੱਕਰ ਹੈ, ਇਹ ਯਾਦ ਰੱਖਿਓ। ਹੁਣ ਚਲੋ ਜੀ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਐਲਨ ਮਸਕ's SpaceX creates new world record, launches 143 satellites on single rocket, ਠੀਕ ਹੈ ਜੀ। ਇਸ ਨੇ ਰਿਕਾਰਡ ਕਾਇਮ ਕਰ ਦਿੱਤਾ ਹੈ। ਐਲਨ ਮਸਕ ਦਾ ਕਾਫੀ ਜਿਹੜਾ ਹੈਗਾ ਨਾਮ ਦੇਖਣ ਨੂੰ ਮਿਲ ਰਿਹਾ ਹੈ। ਜੇ ਗੱਲ ਕਰੀਏ ਇਹ ਇਸ ਟਾਈਮ ਜੋ ਸੈਕਿੰਡ ਰਿਚੈਸਟ ਪਰਸਨ ਹੈ ਅਕੋਰਡਿੰਗ ਟੂ ਬਲੂਮਬਰਗ ਬਿਲੀਅਨਰ ਦੀ ਜੋ ਰਿਪੋਰਟ ਆਉਂਦੀ ਹੈ ਉਸ ਦੇ ਅਕੋਰਡਿੰਗ ਇਹ ਸੈਕਿੰਡ ਰਿਚੈਸਟ ਪਰਸਨ ਦੇਖਣ ਨੂੰ ਮਿਲ ਰਿਹਾ, ਅਤੇ ਫਸਟ 'ਤੇ ਕੌਣ ਦੇਖਣ ਨੂੰ ਮਿਲ ਰਿਹਾ, ਜੈਫ ਬੇਜ਼ੋਸ ਜੀ ਦੇਖਣ ਨੂੰ ਮਿਲਦੇ ਆ, ਠੀਕ ਹੈ ਜੀ। ਕੀ ਕੀਤਾ, 143 ਜੋ ਸੈਟੇਲਾਈਟਸ ਹੈ ਇਹ ਲਾਂਚ ਕੀਤੀਆਂ ਗਈਆਂ ਸਿੰਗਲ ਰਾਕਟ 'ਤੇ, ਠੀਕ ਹੈ। ਇਸ ਨੇ ਜਿਹੜਾ ਹੈਗਾ ਰਿਕਾਰਡ ਕਾਇਮ ਕਰ ਦਿੱਤਾ। ਪਹਿਲਾਂ ਸੀਗਾ 104 ਸੈਟੇਲਾਈਟਸ ਦਾ ਸੀ। ਇਹ ਆਪਣੇ ਭਾਰਤ ਦੀ ਜੋ ਸਪੇਸ ਏਜੰਸੀ ਹੈ ਇਸਰੋ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਹੈ, ਇਸ ਦਾ ਸੀਗਾ ਜਿਸ ਨੇ 104 ਜੋ ਸੈਟੇਲਾਈਟ ਲਾਂਚ ਕੀਤੀਆਂ ਸੀ 2017 ਦੇ ਵਿੱਚ।
ठीक है जी। तो जो ये स्पेस एक्स द्वारा जोड़ा है रिकॉर्ड कायम किया गया, ये किहड़े व्हीकल द्वारा किया गया, फैलकॉन 9 रॉकेट है इस द्वारा जोड़ा है किया गया। तो हुण आपां देख लैंदे एलन मस्क ਜਿਹੜੇ ਹੈਗੇ ਆ ਇਸ ਦੀ ਕਿਹੜੀ ਹੈਗੀ ਹੈ ਕੰਪਨੀ ਦੇਖਣ ਨੂੰ ਮਿਲਦੀ ਹੈ। ਇੱਕ ਤਾਂ ਸਪੇਸ ਐਕਸ ਹੀ ਹੈ, ਠੀਕ ਹੈ, ਸਪੇਸ ਐਕਸ ਦੇਖਣ ਨੂੰ ਮਿਲਦੀ ਹੈ। ਅਤੇ ਹੋਰ ਕਿਹੜੀ ਦੇਖਣ ਨੂੰ ਮਿਲਦੀ ਹੈ, ਟੈਸਲਾ। ਅਤੇ ਟੈਸਲਾ ਦੀ ਜੋ ਫਸਟ ਯੂਨਿਟ ਹੈ ਇਹ ਕਿੱਥੇ ਲਗਾਈ ਗਈ ਆ ਆਪਣੇ ਇੰਡੀਆ ਦੇ ਵਿੱਚ, ਤਾਂ ਉਹ ਹੈਗੀ ਆ ਬੈਂਗਲੋਰ ਕਰਨਾਟਕਾ ਦੇ ਵਿੱਚ ਹੈ ਜੋ ਇਸ ਦੀ ਫਸਟ ਜਿਹੜੀ ਹੈਗੀ ਯੂਨਿਟ ਲਗਾਈ ਗਈ ਹੈ। ਅਤੇ ਇਹ ਕਾਹਤੇ ਵਰਕ ਕਰੂਗੀ, ਈ ਵਹੀਕਲ ਤਿਆਰ ਕਰੂਗੀ, ਯਾਨੀ ਕਿ ਕਾਰ ਬਣਾਊਗੀ ਜਿਹੜੀਆਂ ਬਿਜਲੀ 'ਤੇ ਚੱਲਣ ਵਾਲੀਆਂ ਨੇ। ਕਾਹਦੇ ਜਿਹੜਾ ਹੈਗਾ ਲੀਥੀਅਮ ਬੇਸ, ਠੀਕ ਹੈ ਜੀ, ਲੀਥੀਅਮ ਬੇਸ 'ਤੇ ਜੋ ਹੈ ਇਹ ਇਲੈਕਟ੍ਰਿਕ ਵਹੀਕਲ ਹੈ ਜੋ ਤਿਆਰ ਕੀਤੇ ਜਾਣਗੇ ਟੈਸਲਾ ਦੁਆਰਾ। ਅਤੇ ਹੋਰ ਕਿਹੜੀ ਹੈ, ਹਾਈਪਰਲੂਪ, ਠੀਕ ਹੈ। ਹਾਈਪਰਲੂਪ ਦਾ ਅਬਾਊਟ ਵੀ ਦੇਖਿਆ ਸੀ ਜੋ ਮੁੰਬਈ ਤੋਂ ਲੈ ਕੇ ਪੂਨੇ ਤੱਕ ਟੈਸਟ ਚੱਲ ਰਿਹਾ ਹੈਗਾ। ਅਤੇ ਇਸ ਦਾ ਜਿਹੜਾ ਹੈਗਾ ਪਹਿਲਾ ਟੈਸਟ ਕਿੱਥੇ ਕੀਤਾ ਸੀ, US ਦੇ ਵਿੱਚ ਹੈ, ਠੀਕ ਹੈ, ਕੈਲੀਫੋਰਨੀਆ ਦੇ ਵਿੱਚ, US ਦੇ ਵਿੱਚ ਜੋ ਇਸ ਦਾ ਕੈਲੀਫੋਰਨੀਆ ਦੇ ਵਿੱਚ ਤਾਂ ਇਸ ਦਾ ਜੋ ਆਪਾਂ ਕਹਿ ਦਈਏ ਹੈੱਡਕੁਆਟਰ ਦੇਖਣ ਨੂੰ ਮਿਲਦਾ ਹੈਗਾ ਕਾਸ ਦਾ, ਟੈਸਲਾ ਦਾ, ਠੀਕ ਹੈ ਜੀ। ਅਤੇ USA ਦੇ ਵਿੱਚ ਹੈ ਜੋ ਪਹਿਲੀ ਵਾਰ ਜੋ ਇਸ ਦਾ ਹਾਈਪਰਲੂਪ ਦਾ ਜੋ ਹੈ ਟੈਸਟ ਕੀਤਾ ਗਿਆ ਸੀਗਾ, ਠੀਕ ਹੈ। ਹਾਈਪਰਲੂਪ ਉਹ ਦੇਖ ਰਹੇ ਹੋ, ਉਹ ਨਿੱਕੀ ਜਿਹੀ ਸੀਗੀ ਜੋ ਇੱਦਾਂ ਲੂਪ ਜੀ ਬਣੀ ਹੋਈ ਸੀ ਉਸ ਦੇ ਵਿੱਚ ਚੱਲਦੀ ਸੀ, ਠੀਕ ਹੈ। ਅਤੇ ਉਸ ਦਾ ਜਿਹੜਾ ਹੈਗਾ ਟੈਸਟ ਚੱਲ ਰਿਹਾ, ਉਸ 'ਤੇ ਕੰਮ ਦੇਖੋ ਕਦੋਂ ਤੱਕ ਬਣਦੀ ਹੈ, ਉਦੋਂ ਤੱਕ ਆਪਾਂ ਦੇਖ ਲਾਂਗੇ ਜਿੱਦੇ ਬਣ ਗਈ। ਅਤੇ ਇਸ ਦੇ ਅਬਾਊਟ ਜਿਹੜੀਆਂ ਹੈਗੀਆਂ ਗੱਲਾਂ ਆਪਾਂ ਡਿਸਕਸ ਕਰੀਆਂ, ਯਾਦ ਰੱਖਿਓ। ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਹਾਂ, ਇਸਰੋ ਅਬਾਊਟ ਵੀ ਆਪਾਂ ਗੱਲਬਾਤ ਕਰ ਹੀ ਲੈਂਦੇ ਹਾਂ। ਇਸਰੋ ਦਾ ਨਾਮ ਆਇਆ ਤਾਂ ਇਸਰੋ ਅਬਾਊਟ ਵੀ ਆਪਾਂ ਦੇਖ ਲੈਂਦੇ ਹਾਂ। ਪਹਿਲਾਂ ਤਾਂ ਇਸਰੋ ਦਾ ਤੁਹਾਨੂੰ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਠੀਕ ਹੈ, ਮੈਂ ਸ਼ਾਰਟ ਦੇ ਵਿੱਚ ਲਿਖ ਰਿਹਾ। ਅਤੇ ਹੁਣ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਇਸ ਦੇ ਅਬਾਊਟ ਇੰਪੋਰਟੈਂਟ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਇਸ ਦਾ ਹੈੱਡਕੁਆਟਰ ਕਿੱਥੇ ਦੇਖਣ ਨੂੰ ਮਿਲਦਾ, ਬੈਂਗਲੋਰ ਕਰਨਾਟਕਾ ਦੇ ਵਿੱਚ ਹੈ ਇਸ ਦਾ ਹੈੱਡਕੁਆਟਰ ਦੇਖਣ ਨੂੰ ਮਿਲਦਾ। ਅਤੇ ਇਸ ਦੇ ਫਾਊਂਡਰ ਕੌਣ ਸੀ, ਤਾਂ ਇਸ ਦੇ ਫਾਊਂਡਰ ਸੀ ਵਿਕਰਮ ਸਾਰਾਭਾਈ, ਤੁਸੀਂ ਇਹਨਾਂ ਦਾ ਨਾਮ ਸੁਣਿਆ ਹੀ ਹੋਊਗਾ। ਇਹ ਫਾਊਂਡਰ ਨੇ ਸੀ ਕਿਸ ਦੇ, ਇਸਰੋ ਦੇ, ਠੀਕ ਹੈ। ਅਤੇ ਇਸ ਦੀ ਫਾਰਮੇਸ਼ਨ ਕਿੰਨੇ ਦੇ ਵਿੱਚ ਹੋਈ ਸੀ, ਤਾਂ ਇਸ ਦੀ ਫਾਰਮੇਸ਼ਨ ਹੋਈ ਸੀ 15 ਅਗਸਤ 1969 ਦੇ ਵਿੱਚ, ਯਾਨੀ ਕਿ 15 ਅਗਸਤ 1969 ਦੇ ਵਿੱਚ ਹੈ ਇਸ ਦੀ ਫਾਰਮੇਸ਼ਨ ਹੋਈ ਸੀ ਇਸਰੋ ਦੀ। ਅਤੇ ਇਸ ਦੇ ਪ੍ਰੈਜ਼ੈਂਟ ਜੋ ਹੈ ਚੇਅਰਮੈਨ ਕੌਣ ਦੇਖਣ ਨੂੰ ਮਿਲਦੇ ਹੈ, ਕੇ ਸਿਵਾਨ ਜੀ ਹੈ ਜੋ ਇਸ ਦੇ ਪ੍ਰੈਜ਼ੈਂਟ ਕੀ ਦੇਖਣ ਨੂੰ ਮਿਲਦਾ, ਚੇਅਰਮੈਨ ਦੇਖਣ ਨੂੰ ਮਿਲਦਾ ਹੈ। ਰੀਸੈਂਟਲੀ ਤੁਹਾਨੂੰ ਪਤਾ ਸੀ ਇਹਨਾਂ ਦਾ ਟੈਨਿਓਰ ਖਤਮ ਹੋਣ ਨੂੰ ਸੀਗਾ, 1 ਸਾਲ ਦੇ ਲਈ ਹੈ ਜੋ ਇਹਨਾਂ ਦਾ ਟੈਨਿਓਰ ਹੈ ਜੋ ਵਧਾ ਦਿੱਤਾ ਸੀ ਕੇ ਸਿਵਾਨ ਜੀ ਦਾ। ਚਲੋ ਜੀ ਹੁਣ ਆਪਾਂ ਅੱਗੇ ਦੇਖ ਲੈਂਦੇ ਹਾਂ ਜੋ ਮਿਸ਼ਨ ਹੈ ਇਸ ਦੁਆਰਾ ਜੋ ਲਾਂਚ ਕੀਤੇ ਗਏ ਹੈ ਰੀਸੈਂਟਲੀ ਜੋ ਨਿਊਜ਼ ਦੇ ਵਿੱਚ ਸੀ ਉਹਨਾਂ ਅਬਾਊਟ ਦੇਖ ਲਾਂਗੇ, ਜਾਂ ਫਿਰ ਫਿਊਚਰ ਦੇ ਵਿੱਚ ਜੋ ਇਸ ਦੁਆਰਾ ਲਾਂਚ ਕੀਤੇ ਜਾਣੇ ਆ ਉਹਨਾਂ ਅਬਾਊਟ ਵੀ ਦੇਖ ਲਾਂਗੇ। EOS, ਠੀਕ ਹੈ, 01 ਵੀ ਇਸ ਦੁਆਰਾ ਜੋ ਹੈ ਲਾਂਚ ਕੀਤਾ ਗਿਆ ਸੀ, ਕਿੰਨੇ ਨੂੰ, 7 ਨਵੰਬਰ 2020 ਦੇ ਵਿੱਚ ਇਹ ਲਾਂਚ ਕੀਤਾ ਗਿਆ ਸੀ। ਅਤੇ ਇਹ EOS ਹੈ ਕੀ, ਠੀਕ ਹੈ, EOS ਤੋਂ ਤੁਹਾਨੂੰ ਕਲੀਅਰ ਹੋ ਜਾਣਾ ਚਾਹੀਦਾ, ਅਰਥ ਆਬਜ਼ਰਵੇਟਰੀ ਸੈਟੇਲਾਈਟ, ਠੀਕ ਹੈ, ਯਾਨੀ ਕਿ ਅਰਥ ਨੂੰ ਓਬਜ਼ਰਵ ਕਰਨ ਵਾਲਾ ਜਿਹੜਾ ਸੈਟੇਲਾਈਟ ਹੈ ਇਸ ਦੁਆਰਾ ਲਾਂਚ ਕੀਤਾ ਗਿਆ ਸੀ। ਅਤੇ ਇਹ ਕਿਹੜੇ ਵਹੀਕਲ ਦੁਆਰਾ ਜੋ ਲਾਂਚ ਕੀਤਾ ਗਿਆ ਸੀ, PSLV C49 ਦੁਆਰਾ ਜੋ ਇਹ ਲਾਂਚ ਕੀਤਾ ਗਿਆ ਸੀ। PSLV ਦਾ ਇਹ ਮਤਲਬ ਕੀ ਹੈ, ਇਸ ਦਾ ਮਤਲਬ ਹੈ ਪੋਲਰ ਸੈਟੇਲਾਈਟ ਲਾਂਚ ਵਹੀਕਲ, ਠੀਕ ਹੈ ਜੀ। ਇਸ ਦੀ ਫੁੱਲ ਫਾਰਮ ਬਣਦੀ ਹੈ PSLV ਦੀ, ਪੋਲਰ ਸੈਟੇਲਾਈਟ ਲਾਂਚ ਵਹੀਕਲ ਦੁਆਰਾ ਜਿਹੜਾ ਹੈਗਾ C49 ਦੁਆਰਾ ਇਸ ਦੁਆਰਾ ਇਹ ਲਾਂਚ ਕੀਤਾ ਗਿਆ ਸੀ। ਅਤੇ ਹੋਰ ਦੇਖ ਲੈਂਦੇ ਅੱਗੇ CMS 01, ਇਸ ਦਾ ਮਤਲਬ ਕੀ ਹੈ, ਕਮਿਊਨੀਕੇਸ਼ਨਲ ਸੈਟੇਲਾਈਟ ਹੈ ਜੋ ਇਹ ਲਾਂਚ ਕੀਤੀ ਗਈ ਸੀ। ਕਦੋਂ ਲਾਂਚ ਕੀਤੀ ਗਈ ਸੀ, 17 ਦਸੰਬਰ 2020 ਨੂੰ ਹੈ ਇਹ ਲਾਂਚ ਕਰੀ ਗਈ। ਅਤੇ ਕਿਹੜੇ ਵਹੀਕਲ ਦੁਆਰਾ ਜੋ ਲਾਂਚ ਕੀਤੀ ਗਈ ਹੈ, PSLV XLC50, ਠੀਕ ਹੈ, ਦੁਬਾਰਾ ਦੱਸ ਦੇਣਾ, ਪੋਲਰ ਸੈਟੇਲਾਈਟ ਲਾਂਚ ਵਹੀਕਲ XLC50 ਦੁਆਰਾ ਇਹ ਲਾਂਚ ਕਰੀ ਗਈ, ਠੀਕ ਹੈ ਜੀ। ਅਤੇ ਤੁਹਾਨੂੰ ਪਤਾ ਹੀ ਹੋਊਗਾ ਚੰਦਰਯਾਨ 2 ਕਾਫੀ ਜਿਹੜਾ ਹੈਗਾ ਨਿਊਜ਼ ਦੇ ਵਿੱਚ ਸੀਗਾ, ਇਹ ਫੇਲ ਹੋ ਗਿਆ ਸੀਗਾ। ਅਤੇ ਇਹ ਜਿਹੜਾ ਹੈਗਾ ਲਾਂਚ ਕਦੋਂ ਕਰਿਆ ਗਿਆ ਸੀ, ਇਹ ਲਾਂਚ ਕਰਿਆ ਗਿਆ ਸੀ 22 ਜੁਲਾਈ 2019 ਦੇ ਵਿੱਚ ਹੈ ਇਸ ਨੂੰ ਲਾਂਚ ਕੀਤਾ ਗਿਆ ਸੀ। ਤਾਂ ਇਹ ਜਿਹੜਾ ਹੈਗਾ ਕਿਹੜੇ ਵਹੀਕਲ ਦੁਆਰਾ ਲਾਂਚ ਕੀਤਾ ਗਿਆ ਸੀ, ਤਾਂ ਇਹ ਕੀਤਾ ਗਿਆ ਸੀ GSLV Mark 3 ਦੁਆਰਾ ਜਿਹੜਾ ਹੈਗਾ ਇਸ ਵਹੀਕਲ ਦੁਆਰਾ ਇਸ ਨੂੰ ਲਾਂਚ ਕਰਿਆ ਗਿਆ ਸੀਗਾ। ਅਤੇ ਇਸ ਦੇ ਵਿੱਚ ਕੀ ਚੀਜ਼ਾਂ ਸ਼ਾਮਿਲ ਸੀ, ਇੱਕ ਤਾਂ ਇਸ ਵਿੱਚ ਆਰਬਿਟਰ ਸੀ, ਇੱਕ ਲੈਂਡਰ ਸੀ, ਇੱਕ ਰੋਵਰ ਸੀ। ਜਿਹੜਾ ਇਹ ਲੈਂਡਰ ਸੀ ਇਸ ਦਾ ਨਾਮ ਕੀ ਸੀ, ਵਿਕਰਮ ਹੈ ਇਸ ਦਾ ਨਾਮ ਦੇਖਣ ਨੂੰ ਮਿਲ ਰਿਹਾ ਸੀ। ਅਤੇ ਜੋ ਰੋਵਰ ਸੀ, ਰੋਵਰ ਦਾ ਨਾਮ ਸੀ ਪ੍ਰਗਿਆਨ, ਠੀਕ ਹੈ ਜੀ, ਪ੍ਰਗਿਆਨ ਰੋਵਰ ਦਾ ਨਾਮ ਸੀ ਅਤੇ ਲੈਂਡਰ ਦਾ ਕੀ ਸੀ, ਵਿਕਰਮ। ਅਤੇ ਹੁਣ ਕਿਹਾ ਜਾ ਰਿਹਾ ਵੀ ਚੰਦਰਯਾਨ 3 ਵੀ ਹੈ ਜੋ ਲਾਂਚ ਕੀਤਾ ਜਾਊਗਾ, ਇਹ ਕਿਹੜੇ ਸਾਲ ਦੇ ਵਿੱਚ ਲਾਂਚ ਕੀਤਾ ਜਾਊਗਾ, 2021 ਦੇ ਵਿੱਚ ਕਿਹਾ ਜਾ ਰਿਹਾ ਵੀ ਇਸ ਨੂੰ ਹੈ ਲਾਂਚ ਕੀਤਾ ਜਾਊਗਾ। ਅਤੇ ਜੋ ਗਗਨਯਾਨ, ਠੀਕ ਹੈ, ਗਗਨਯਾਨ 3 ਜਿਹੜਾ ਹੈਗਾ ਗਗਨਯਾਨ 1 ਮਿਸ਼ਨ ਹੈ ਇਹ ਕਿੰਨੇ ਦੇ ਵਿੱਚ ਲਾਂਚ ਕੀਤਾ ਜਾਊਗਾ, ਇਸ ਨੂੰ ਕਿਹਾ ਜਾ ਰਿਹਾ ਵੀ ਇਹ 2022 ਤੱਕ ਹੈ ਜੋ ਇਸ ਨੂੰ ਲਾਂਚ ਕੀਤਾ ਜਾਊਗਾ। ਅਤੇ ਇੱਕ ਹੋਰ ਮਿਸ਼ਨ ਜਿਹੜਾ ਹੈਗਾ ਨਿਊਜ਼ ਦੇ ਵਿੱਚ ਸੀ NSIR,
ਇਹ ਜਿਹੜਾ ਹੈਗਾ ਨਾਸਾ ਤੇ ਜਿਹੜੀ ਹੈਗੀ ਆ ISRO ਹੈ, ਇਹ ਦੋਨੇ ਮਿਲ ਕੇ ਹੈ ਜੋ ਇਸ ਨੂੰ ਕਰਨਗੀਆਂ। ਠੀਕ ਹੈ, ਤੇ ਇਹ ਕਿੰਨੇ ਦੇ ਵਿੱਚ ਹੈ ਜੋ ਲਾਂਚ ਕੀਤਾ ਜਾਊਗਾ, ਤੇ ਇਸ ਨੂੰ ਵੀ ਕਿਹਾ ਜਾ ਰਿਹਾ ਇਹ ਵੀ 2022 ਤੱਕ ਹੈ ਜੋ ਲਾਂਚ ਕੀਤਾ ਜਾਊਗਾ। ਇੱਕ ਹੋਰ ਮਿਸ਼ਨ ਹੈ ਸ਼ੁਕਰਯਾਨ। ਠੀਕ ਹੈ ਜੀ, ਸ਼ੁਕਰਯਾਨ ਮਿਸ਼ਨ ਹੈ ਜੋ ਫਸਟ, ਇਹ ਕਿੰਨੇ ਦੇ ਵਿੱਚ ਲਾਂਚ ਕੀਤਾ ਜਾਊਗਾ, 2025 ਤੱਕ ਕਿਹਾ ਜਾ ਰਿਹਾ ਇਹ ਲਾਂਚ ਕੀਤਾ ਜਾਊਗਾ। ਸ਼ੁਕਰਯਾਨ ਨੂੰ ਹੋਰ ਕੀ ਕਿਹਾ ਜਾਂਦਾ, ਵੈਨਸ ਮਿਸ਼ਨ ਵੀ ਕਿਹਾ ਜਾਂਦਾ। ਠੀਕ ਹੈ ਜੀ, ਵੈਨਸ ਹੈ, ਵੈਨਸ ਨੂੰ ਸ਼ੁਕਰ ਗ੍ਰਹਿ ਵੀ ਕਿਹਾ ਜਾਂਦਾ। ਠੀਕ ਹੈ, ਇਸ ਤੋਂ ਹੀ ਜਿਹੜਾ ਹੈਗਾ ਇਸ ਦਾ ਨਾਮ ਕੀ ਪਿਆ, ਸ਼ੁਕਰਯਾਨ 1 ਹੈ ਜੋ 2025 ਤੱਕ ਕਿਹਾ ਜਾ ਰਿਹਾ ਇਸ ਨੂੰ ਲਾਂਚ ਕੀਤਾ ਜਾਊਗਾ। ISRO ਨਾਲ ਜਿਹੜੀਆਂ ਹੈਗੀਆਂ ਰੀਸੈਂਟ ਨਿਊਜ਼ ਦੇ ਵਿੱਚ ਸੀ ਗੱਲਾਂ ਆਪਾਂ ਕਰ ਲਈਆਂ ਡਿਸਕਸ। ਚਲੋ ਜੀ ਹੁਣ ਆਪਾਂ ਚੱਲਦੇ ਹਾਂ ਨੈਕਸਟ ਨਿਊਜ਼ 'ਤੇ। ਜੋ ਆਪਣੇ ਦੇਸ਼ ਦੇ ਪ੍ਰੈਜ਼ੀਡੈਂਟ ਨੇ ਕੌਣ, ਇਹ ਦੇਖਣ ਨੂੰ ਮਿਲਦੇ ਆ ਕੌਣ ਨੇ, ਰਾਮਨਾਥ ਕੋਵਿੰਦ ਜੀ 91ਵੇਂ ਨੰਬਰ ਦੇ ਦੇਖਣ ਨੂੰ ਮਿਲਦੇ ਆ, 14th ਨੰਬਰ ਦੇ ਇਹ ਆਪਣੇ ਪ੍ਰੈਜ਼ੀਡੈਂਟ ਦੇਖਣ ਨੂੰ ਮਿਲਦੇ ਆ। ਇਹਨਾਂ ਨੇ ਕੀ ਕਰ ਦਿੱਤਾ, ਅਪਰੂਵ ਕਰ ਦਿੱਤਾ ਗਾ ਕੀ ਚੀਜ਼, ਜੀਵਨ ਰਕਸ਼ਾ ਪਦਕ ਸੀਰੀਜ਼ ਦਾ ਜਿਹੜੇ ਅਵਾਰਡ ਇਹ ਅਨਾਊਂਸ ਕੀਤੇ ਆ 40 ਪਰਸਨ ਨੂੰ ਇਹ ਦਿੱਤੇ ਜਾਣੇ ਆ। ਸੀਰੀਜ਼ ਭਾਵ ਵੀ ਇਹ ਹੋਰ ਵੀ ਹੋਣਗੇ, ਉਹ ਆਪਾਂ ਦੇਖ ਲੈਂਦੇ ਹਾਂ ਵੀ ਕਿਹੜੇ ਕਿਹੜੇ ਟਾਈਪ ਦੇ ਹੋਣੇ ਹੈਗੇ, ਤੇ ਇਹ ਕਿਹੜੇ ਹੋਣਗੇ, ਸਰਵੋਤਮ ਜੀਵਨ ਰਕਸ਼ਕ ਪਦਕ। ਪਹਿਲਾਂ ਤਾਂ ਤੁਹਾਨੂੰ ਇਸ ਦੇ ਨਾਮ ਤੋਂ ਹੀ ਕਲੀਅਰ ਹੋ ਰਿਹਾ ਜੀਵਨ ਰਕਸ਼ਕ ਪਦਕ, ਯਾਨੀ ਕਿ ਜਿਨ੍ਹਾਂ ਨੇ ਦੂਜਿਆਂ ਦੇ ਜੀਵਨ ਨੂੰ ਬਚਾਉਣ ਦੇ ਲਈ ਆਪਦਾ ਜਿਹੜਾ ਯੋਗਦਾਨ ਪਾਇਆ ਹੁੰਦਾ ਹੈ ਉਹਨਾਂ ਨੂੰ ਦਿੱਤਾ ਜਾਂਦਾ। ਠੀਕ ਹੈ, ਜੀਵਨ ਰਕਸ਼ਕ ਪਦਕ ਟੂ 1 ਪਰਸਨ, ਯਾਨੀ ਕਿ ਇਹ ਇੱਕ ਬੰਦੇ ਨੂੰ ਦਿੱਤਾ ਜਾਣਾ ਸਰਵੋਤਮ ਜੀਵਨ ਰਕਸ਼ਕ ਪਦਕ। ਉੱਤਮ ਜੀਵਨ ਜਿਹੜਾ ਹੈਗਾ ਰਕਸ਼ਕ ਪਦਕ ਇਹ 8 ਪਰਸਨ ਨੂੰ ਦਿੱਤਾ ਜਾਣਾ, ਅਤੇ ਜਿਹੜਾ ਜੀਵਨ ਰਕਸ਼ਕ ਪਦਕ ਹੈ ਇਹ 31 ਪਰਸਨ ਨੂੰ ਦਿੱਤਾ ਜਾਣਾ। ਜਿਹੜੇ ਥੋੜ੍ਹੇ ਬੰਦੇ ਨੂੰ ਦਿੱਤੇ ਜਾਣੇ ਜਾਂ 1-2 ਨੂੰ ਦਿੱਤਾ ਜਾਣਾ ਉਹ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ, ਉਹਨਾਂ ਦਾ ਨਾਮ ਵੀ ਯਾਦ ਰੱਖਿਓ। ਅਤੇ ਜਿਹੜੇ ਦੂਜੇ ਨੇ ਇਹ ਯਾਦ ਰੱਖਿਓ ਵੀ ਜਿਵੇਂ ਇਹ ਉੱਤਮ ਜੀਵਨ ਰਕਸ਼ਕ ਪਦਕ ਹੈ ਇਹ 8 ਪਰਸਨ ਨੂੰ ਦਿੱਤਾ ਜਾਣਾ, ਅਤੇ ਜੀਵਨ ਰਕਸ਼ਕ ਪਦਕ 31 ਪਰਸਨ ਨੂੰ ਦਿੱਤਾ ਜਾਣਾ, ਅਤੇ ਟੋਟਲ 40 ਪਰਸਨ ਨੂੰ ਦਿੱਤਾ ਜਾਣਾ। ਠੀਕ ਹੈ ਜੀ, ਅਤੇ ਜੋ ਇਹ ਇੱਕ ਅਵਾਰਡ ਦਿੱਤਾ ਗਿਆ, ਠੀਕ ਹੈ, ਕਿਹੜੇ ਵਾਲਾ, ਸਰਵੋਤਮ ਜੀਵਨ, ਇਹ ਯਾਦ ਰੱਖਿਓ ਇਹ ਕਿਹਨੂੰ ਦਿੱਤਾ ਗਿਆ, ਮੁਹੰਮਦ ਮੁਹਸਿਨ ਹੈ ਜਿਹੜੇ ਕੇਰਲਾ ਦੇ ਪਰਸਨ ਨੇ ਇਹਨਾਂ ਨੂੰ ਦਿੱਤਾ ਗਿਆ। ਠੀਕ ਹੈ, ਜੀਵਨ ਰਕਸ਼ਕ ਪਦਕ ਹੈ ਜੋ ਇਹਨਾਂ ਨੂੰ ਗਿਆ ਗਾ। ਠੀਕ ਹੈ, ਅਤੇ ਇਹ ਯਾਦ ਰੱਖਿਓ ਇੰਪੋਰਟੈਂਟ ਗੱਲਾਂ ਜਿਹੜੀਆਂ ਆਪਾਂ ਅਵਾਰਡ ਅਬਾਊਟ ਹੈ। ਅੱਜ ਕਾਫੀ ਜਿਹੜੇ ਹੈਗੇ ਅਵਾਰਡ ਹੈ, ਥੋੜ੍ਹਾ ਜਿਹਾ ਸਬਰ ਬਣਾਈ ਰੱਖਿਓ ਅਤੇ ਅਲੱਗ ਇਹਨਾਂ ਨੂੰ ਨੋਟ ਕਰਦੇ ਜਾਓ। ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਹੁਣ ਪਦਮ ਐਵਾਰਡ ਹੈ। ਠੀਕ ਹੈ ਜੀ, ਪਦਮ ਐਵਾਰਡ ਅਨਾਊਂਸ ਕੀਤੇ ਗਏ ਜਿਹੜੇ ਕਿੰਨੇ ਨੂੰ ਹੈ 119 ਜਿਹੜੇ ਹੈਗੇ ਪਰਸਨ ਅਚੀਵ ਕਰਨਗੇ, ਅਤੇ ਇਸ ਦੇ ਵਿੱਚ ਵੀ ਜਿਹੜੇ ਹੈਗੇ ਕਾਫੀ ਜਿਹੜੇ ਹੈਗੇ ਅਨਾਊਂਸ ਕੀਤੇ ਗਏ, ਆਪਾਂ ਸਾਰੇ ਤਾਂ ਯਾਦ ਕਰ ਨਹੀਂ ਸਕਦੇ। ਹੁਣ ਆਪਾਂ ਉਸ ਦੇ ਵਿੱਚ ਜਿਹੜੇ ਬਹੁਤ ਇੰਪੋਰਟੈਂਟ ਹੋਣਗੇ ਉਹ ਤਾਂ ਆਪਾਂ ਨੂੰ ਯਾਦ ਰੱਖਣੇ ਹੀ ਪੈਣਗੇ। ਠੀਕ ਹੈ, ਪਦਮ ਐਵਾਰਡਸ ਜਿਹੜੇ ਹੈਗੇ ਆ, ਇੱਕ ਤਾਂ ਇਹਦੇ ਵਿੱਚ ਕੀ ਆ ਜੂਗਾ ਜਿਹੜਾ ਹੈਗਾ ਪਦਮ ਵਿਭੂਸ਼ਣ ਹੈ, ਪਦਮ ਭੂਸ਼ਣ ਹੈ, ਅਤੇ ਪਦਮ ਸ਼੍ਰੀ ਹੈ। ਠੀਕ ਹੈ, ਤੁਹਾਨੂੰ ਪਤਾ ਸਭ ਤੋਂ ਹਾਈਐਸਟ ਸਿਵਲੀਅਨ ਐਵਾਰਡ ਕਿਹੜਾ ਹੁੰਦਾ ਗਾ, ਉਹ ਹੁੰਦਾ ਜੀ ਭਾਰਤ ਰਤਨ। ਠੀਕ ਹੈ, ਇਸ ਦੇ ਵਿੱਚ ਕੋਈ ਵੀ ਭਾਰਤ ਰਤਨ ਨਹੀਂ ਅਨਾਊਂਸ ਕਰਿਆ ਗਿਆ, ਇਸ ਦੇ ਵਿੱਚ ਜੋ ਅਨਾਊਂਸ ਕਰੇ ਗਏ ਇੱਥੇ ਜੋ ਰਿਪਬਲਿਕ ਡੇ 'ਤੇ, ਤਾਂ ਇਹ ਕਰੇ ਗਏ ਆ ਜਿਹੜੇ ਆਪਣਾ 2nd 3rd ਅਤੇ 4th ਵਾਲਾ ਗਾ ਇਹ ਅਨਾਊਂਸ ਕਰਿਆ ਗਿਆ। ਠੀਕ ਹੈ, ਇਹਨਾਂ ਅਬਾਊਟ ਆਪਾਂ ਦੇਖ ਲੈਂਦੇ ਹਾਂ। ਜਿਹੜੇ ਹੈਗੇ 7 ਤਾਂ ਪਰਸਨ ਨੂੰ ਮਿਲੂਗਾ ਜਿਹੜਾ ਹੈਗਾ ਪਦਮ ਵਿਭੂਸ਼ਣ ਮਿਲੂਗਾ, ਯਾਨੀ ਕਿ 2nd ਹਾਈਐਸਟ ਸਿਵਲੀਅਨ ਅਵਾਰਡ ਮਿਲੂਗਾ। ਕਿਹੜੇ ਪਰਸਨ ਨੂੰ ਮਿਲਣ ਜਾ ਰਿਹਾ, ਜੋ ਜਾਪਾਨ ਦੇ ਫਾਰਮਰ, ਠੀਕ ਹੈ, ਜਾਪਾਨ ਦੇ ਪ੍ਰੈਜ਼ੈਂਟ ਤਾਂ ਤੁਹਾਨੂੰ ਪਤਾ ਹੈ ਯੋਸ਼ੀਦਾ ਸੁਗੇ ਜੀ ਦੇਖਣ ਨੂੰ ਮਿਲਦੇ ਆ। ਉਸ ਤੋਂ ਪਹਿਲਾਂ ਕੌਣ ਸੀ, ਸ਼ਿੰਜੋ ਆਬੇ ਜੀ ਨੂੰ ਹੈ ਜੋ ਇਹ ਅਵਾਰਡ ਦਿੱਤਾ ਜਾਊਗਾ ਪਦਮ ਵਿਭੂਸ਼ਣ। ਅਤੇ ਹੋਰ ਕਿਹੜੇ ਨੂੰ ਦਿੱਤਾ ਜਾਊਗਾ, ਸੁਦਰਸ਼ਨ ਸਾਹੂ ਹੈ। ਠੀਕ ਹੈ, ਇਹ ਕਾਫੀ ਜਿਹੜੇ ਹੈਗੇ ਪਰਸਨ ਨੂੰ ਦਿੱਤਾ ਜਾਊਗਾ। ਆਪਣੇ ਲਈ ਇੰਪੋਰਟੈਂਟ ਜਿਹੜੇ ਸਭ ਤੋਂ ਜ਼ਿਆਦਾ ਹੋ ਜਾਂਦੇ ਆ ਉਹ ਜਾਪਾਨ ਦੇ ਪ੍ਰਾਈਮ ਮਿਨਿਸਟਰ ਸ਼ਿੰਜੋ ਆਬੇ ਜੀ। ਠੀਕ ਹੈ, ਇਹਨਾਂ ਨੂੰ ਜਿਹੜਾ ਹੈਗਾ 2nd ਹਾਈਐਸਟ ਸਿਵਲੀਅਨ ਅਵਾਰਡ ਪਦਮ ਵਿਭੂਸ਼ਣ ਜਿਹੜਾ ਹੈਗਾ ਦਿੱਤਾ ਜਾਣਾ ਗਾ। ਅਤੇ ਹੋਰ ਵੀ ਇੱਕ ਹੋਰ ਪਰਸਨ ਇੰਪੋਰਟੈਂਟ ਹੁੰਦੇ ਆ SP ਬਾਲਾ ਸੁਬਰਮਨਿਅਮ। ਠੀਕ ਹੈ, ਇਹਨਾਂ ਦੀ ਰੀਸੈਂਟਲੀ ਡੈਥ ਹੋਈ ਸੀ, ਇਹਨਾਂ ਅਬਾਊਟ ਆਪਾਂ ਕਾਫੀ ਵਾਰ ਡਿਸਕਸ ਕਰ ਚੁੱਕੇ ਹਾਂ। ਇਹਨਾਂ ਨੂੰ ਵੀ ਜਿਹੜਾ ਹੈਗਾ 2nd ਜਿਹੜਾ ਹੈਗਾ ਹਾਈਐਸਟ ਸਿਵਲੀਅਨ ਅਵਾਰਡ ਹੈ ਇਸ ਦੇ ਵਿੱਚੋਂ ਨਵਾਜਿਆ ਜਾਊਗਾ ਪਦਮ ਵਿਭੂਸ਼ਣ ਵਜੋਂ। ਠੀਕ ਹੈ ਜੀ, ਅਤੇ ਜਿਹੜੇ ਹੈਗਾ 10 ਪਰਸਨ ਨੂੰ ਦਿੱਤਾ ਜਾਊਗਾ ਪਦਮ ਭੂਸ਼ਣ ਜਿਹੜਾ ਹੈਗਾ 3rd ਹਾਈਐਸਟ ਸਿਵਲੀਅਨ ਅਵਾਰਡ ਹੈ ਜਿਹੜਾ ਹੈਗਾ ਇਹ 10 ਬੰਦਿਆਂ ਨੂੰ ਦਿੱਤਾ ਜਾਊਗਾ। ਇਸ ਦੇ ਵਿੱਚੋਂ ਜਿਹੜੇ ਆਪਣੇ ਲਈ ਮੋਸਟ ਇੰਪੋਰਟੈਂਟ ਹੈ ਇਹ ਨੇ ਕੌਣ ਨੇ, ਰਾਮ ਵਿਲਾਸ ਪਾਸਵਾਨ ਜੀ ਹੈ, ਇਹਨਾਂ ਨੂੰ ਜਿਹੜਾ ਹੈਗਾ ਪਦਮ ਭੂਸ਼ਣ ਦਿੱਤਾ ਜਾਊਗਾ। ਠੀਕ ਹੈ, ਇਹਨਾਂ ਦੀ ਵੀ ਰੀਸੈਂਟਲੀ ਡੈਥ ਹੋਈ ਸੀ, ਅਤੇ ਇਹਨਾਂ ਕੋਲ ਕੰਜ਼ਿਊਮਰ ਅਫੇਅਰ ਮਿਨਿਸਟਰੀ ਦੇਖਣ ਨੂੰ ਮਿਲਦੀ ਸੀ ਜਿਹੜੀ ਬਾਅਦ ਦੇ ਵਿੱਚ ਕਿਸ ਕੋਲ ਚਲੀ ਗਈ, ਪਿਊਸ਼ ਗੋਇਲ ਜੀ ਕੋਲ ਚਲੀ ਗਈ। ਅਤੇ ਇਹਨਾਂ ਕੋਲ ਪਿਊਸ਼ ਗੋਇਲ ਜੀ ਕੋਲ ਹੋਰ ਕਿਹੜੀ ਮਿਨਿਸਟਰੀ ਦੇਖਣ ਨੂੰ ਮਿਲਦੀ ਹੈ, ਰੇਲਵੇ ਮਿਨਿਸਟਰੀ ਵੀ ਉਹਨਾਂ ਕੋਲ ਹੀ ਦੇਖਣ ਨੂੰ ਮਿਲਦੀ ਹੈ। ਅਤੇ ਚਲੋ ਜੀ ਹੁਣ ਆਪਾਂ ਵਾਪਸ ਆਉਣੇ ਹਾਂ। ਹੋਰ ਵੀ ਜਿਹੜੇ ਆ ਲੋਕ ਸਭਾ ਦੇ ਸਪੀਕਰ ਜਿਹੜੇ ਸੁਮਿਤਰਾ ਮਹਾਜਨ ਹੈ ਇਹਨਾਂ ਨੂੰ ਵੀ ਦਿੱਤਾ ਜਾਊਗਾ। ਠੀਕ ਹੈ, ਇਹ ਵੀ ਇੰਪੋਰਟੈਂਟ ਹੋ ਜਾਂਦਾ, ਇਹਨਾਂ ਨੂੰ ਵੀ ਯਾਦ ਰੱਖਿਓ। ਅਤੇ ਤੁਹਾਨੂੰ ਜਿਹੜੀ ਹੈਗੀ ਆ ਦਈ ਦਿੱਤੀ ਹੈ ਲਿਸਟ ਇਸ ਦੇ ਵਿੱਚੋਂ ਯਾਦ ਰੱਖਿਓ। ਅਤੇ 102 ਪਰਸਨ ਹੈ ਜਿਹੜੇ ਪਦਮ ਸ਼੍ਰੀ ਅਵਾਰਡ ਹੈ ਜਿਹੜੇ ਪ੍ਰਾਪਤ ਕਰਨਗੇ। ਇਸ ਦੇ ਵਿੱਚੋਂ ਮੋਸਟ ਇੰਪੋਰਟੈਂਟ ਤਾਂ ਆਹ ਨੇ ਜਿਹੜੇ ਗੋਆ ਦੇ ਗਵਰਨਰ, ਰੀਸੈਂਟਲੀ ਇਹਨਾਂ ਦੀ ਡੈਥ ਹੋਈ ਸੀ ਮਿਰਦੁਲਾ ਸਿਨਹਾ ਜੀ, ਤੁਹਾਨੂੰ ਮੈਂ ਦੱਸਿਆ ਵੀ ਸੀ ਜੋ ਗੋਆ ਦੇ ਫਸਟ ਫੀਮੇਲ ਪਰਸਨ ਸੀ। ਠੀਕ ਹੈ, ਜੋ ਫਸਟ ਫੀਮੇਲ ਗਵਰਨਰ ਬਣੇ ਸੀ,
फस्ट फीमेल गवर्नर बने सी तां ਉਹ ਇਹੀ ਸੀਗੇ। ਠੀਕ ਹੈ, ਮਿਰਦਲਾ ਸਿਨਹਾ ਜੀ ਰੀਸੈਂਟਲੀ ਇਹਨਾਂ ਦੀ ਹੋਈ ਸੀ ਡੈਥ, ਤਾਂ ਕਰਕੇ ਇਹ ਇੰਪੋਰਟੈਂਟ ਹੋ ਜਾਂਦਾ, ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਵਜੋਂ ਨਵਾਜਿਆ ਗਿਆ। ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਹੁਣ ਉੜੀਸਾ ਨਾਲ ਜਿਹੜੀ ਹੈਗੀ ਆ ਰਿਲੇਟਡ ਨਿਊਜ਼ ਆਈ ਹੈ। ਉੜੀਸਾ ਦੇ ਵਿੱਚ ਕੀ ਕਿਹਾ ਜਾ ਰਿਹਾ, ਇੱਕ ਲਾਈਨ ਦੇ ਵਿੱਚ ਇਹ ਇੰਪੋਰਟੈਂਟ ਹੈ। ਠੀਕ ਹੈ, ਸਿੱਧਾ ਯਾਦ ਰੱਖਿਓ ਵੀ ਉੜੀਸਾ ਦੇ ਵਿੱਚ ਜਿਹੜਾ ਫੇਮਸ ਤੋਸ਼ਾਲੀ ਨੈਸ਼ਨਲ ਕ੍ਰਾਫਟ ਮੇਲਾ ਗਾ ਇਹ ਸਟਾਰਟ ਹੋ ਗਿਆ। ਠੀਕ ਹੈ, ਇਹ ਜਿਹੜੇ ਉੱਥੋਂ ਦੇ CM ਨੇ ਉਹਨਾਂ ਦੁਆਰਾ ਅਨਾਊਂਸ ਕੀਤਾ ਗਿਆ। ਇੱਕ ਲਾਈਨ ਦੇ ਵਿੱਚ ਸਿੱਧੀ ਸਿੱਧੀ ਗੱਲ ਯਾਦ ਰੱਖਿਓ ਵੀ ਤੋਸ਼ਾਲੀ ਨੈਸ਼ਨਲ ਕ੍ਰਾਫਟ ਮੇਲਾ ਆ ਗਿਆ, ਤਾਂ ਉਸ ਦੇ ਆਨਸਰ ਪੁੱਛਿਆ ਗਿਆ ਵੀ ਕਿਹੜੀ ਜਿਹੜੀ ਹੈਗੀ ਆ ਸਟੇਟ ਨਾਲ ਬਿਲੋਂਗ ਕਰਦਾ, ਤਾਂ ਉੜੀਸਾ ਇਸ ਦਾ ਆਨਸਰ ਮਾਰਕ ਕਰ ਦਿਓ। ਠੀਕ ਹੈ, ਉੜੀਸਾ ਦੇ ਨਾਲ ਆਪਾਂ ਇੰਪੋਰਟੈਂਟ ਜਿਹੜੀਆਂ ਹੈਗੀਆਂ ਗੱਲਾਂ ਦੇਖ ਲੈਂਦੇ ਹਾਂ। ਉੜੀਸਾ ਦੇ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ CM ਕੌਣ ਦੇਖਣ ਨੂੰ ਮਿਲਦੇ ਆ, ਦੇਖ ਹੀ ਲਿਆ, ਨਵੀਨ ਪਟਨਾਇਕ ਜੀ ਹੈ ਜੋ ਇੱਥੋਂ ਦੇ ਦੇਖਣ ਨੂੰ ਮਿਲਦੇ ਆ CM, ਅਤੇ ਇੱਥੋਂ ਦੇ ਗਵਰਨਰ ਕੌਣ ਦੇਖਣ ਨੂੰ ਮਿਲਦੇ ਆ, ਗਣੇਸ਼ੀ ਲਾਲ ਜੀ ਹੈ ਇੱਥੋਂ ਦੇ CM ਦੇਖਣ ਨੂੰ ਮਿਲਦੇ ਆ। ਗਵਰਨਰ ਇੱਥੋਂ ਦੇ ਕੌਣ ਜਿਹੜੀ ਹੈਗੀ ਆ ਗਵਰਨਰ ਤਾਂ ਦੇਖ ਹੀ ਲਿਆ, ਜੋ ਇੱਥੋਂ ਦੀ ਕੈਪੀਟਲ ਆ ਕੀ ਦੇਖਣ ਨੂੰ ਮਿਲਦੀ ਹੈ, ਭੁਵਨੇਸ਼ਵਰ ਹੈ ਜੋ ਇੱਥੋਂ ਦੀ ਕੈਪੀਟਲ ਦੇਖਣ ਨੂੰ ਮਿਲਦੀ ਹੈ। ਅਤੇ ਇੱਥੋਂ ਦੇ ਇੰਪੋਰਟੈਂਟ ਨੈਸ਼ਨਲ ਪਾਰਕ ਦੇਖ ਲੈਂਦੇ ਹਾਂ। ਠੀਕ ਹੈ, ਭਿਤਰਕਨਿਕਾ ਨੈਸ਼ਨਲ ਪਾਰਕ ਹੈ ਜੋ ਇੱਥੇ ਦੇਖਣ ਨੂੰ ਮਿਲਦਾ। ਸੈਕਿੰਡ 'ਤੇ ਕਿਹੜਾ ਦੇਖਣ ਨੂੰ ਮਿਲਦਾ, ਸਿਮਲੀਪਾਲ ਹੈ ਨੈਸ਼ਨਲ ਪਾਰਕ ਹੈ ਉਹ ਦੇਖਣ ਨੂੰ ਮਿਲਦਾ। ਸਭ ਤੋਂ ਇੰਪੋਰਟੈਂਟ ਇਸ ਦਾ ਭਿਤਰਕਨਿਕਾ ਨੈਸ਼ਨਲ ਪਾਰਕ ਹੈ, ਇਹ ਯਾਦ ਰੱਖਿਓ। ਅਤੇ ਜੋ ਇੱਥੋਂ ਦੇ ਫੋਕ ਡਾਂਸ ਦੇਖਣ ਨੂੰ ਮਿਲਦੇ ਆ, ਓਡੀਸੀ ਜੋ ਇੱਥੋਂ ਦਾ ਫੋਕ ਡਾਂਸ ਦੇਖਣ ਨੂੰ ਮਿਲਦਾ, ਛਾਹੂ ਇੱਥੋਂ ਦਾ ਫੋਕ ਡਾਂਸ ਦੇਖਣ ਨੂੰ ਮਿਲਦਾ। ਠੀਕ ਹੈ ਜੀ, ਗੋਤੀਪੂਆ, ਠੀਕ ਹੈ ਜੀ, ਗੋਤੀਪੂਆ ਇੱਥੋਂ ਦਾ ਜਿਹੜਾ ਹੈਗਾ ਦੇਖਣ ਨੂੰ ਮਿਲਦਾ। ਦਾਲ ਖਾਈ ਇੱਥੋਂ ਦਾ ਨੈਸ਼ਨਲ ਜਿਹੜਾ ਹੈਗਾ ਫੋਕ ਡਾਂਸ ਦੇਖਣ ਨੂੰ ਮਿਲਦਾ। ਠੀਕ ਹੈ ਜੀ, ਡਾਂਡਾ ਨਾਤਾ ਜਿਹੜਾ ਹੈਗਾ ਇੱਥੋਂ ਦਾ ਫੋਕ ਡਾਂਸ ਦੇਖਣ ਨੂੰ ਮਿਲਦਾ। ਹੋਰ ਵੀ ਇੱਕ ਅੱਧਾ ਰਹਿ ਗਿਆ ਹੋਵੇ ਤਾਂ ਤੁਸੀਂ ਲਿਖ ਦਿਓ। ਅਤੇ ਇਹ ਜੋ ਇੰਪੋਰਟੈਂਟ ਮੈਂ ਜੇ ਫਾਸਟ ਕਿਉਂ ਚੱਲ ਰਿਹਾ ਹੈਗਾ, ਤਾਂ ਤੁਹਾਡੇ ਹੱਥ 'ਚ ਤੁਸੀਂ ਸਲੋ ਕਰਕੇ ਵੀਡੀਓ ਦੇਖ ਰਹੇ ਹੋ। ਜੇ ਕਿਸੇ ਨੂੰ ਫਾਸਟ ਲੱਗਦਾ ਤਾਂ ਉਹ ਸਲੋ ਕਰਕੇ ਦੇਖ ਲੈ, ਜੇ ਕਿਸੇ ਨੂੰ ਸਲੋ ਲੱਗਦਾ ਤਾਂ ਉਹ ਫਾਸਟ ਕਰਕੇ ਦੇਖ ਲੈ, ਕਿਉਂਕਿ ਲੈਕਚਰ ਕਾਫੀ ਲੰਬਾ ਜਾਣ ਵਾਲਾ ਹੈਗਾ, ਤਾਂ ਕਰਕੇ ਮੈਂ ਥੋੜ੍ਹਾ ਜਿਹਾ ਫਾਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਅਤੇ ਇੱਥੇ ਜੋ ਟੈਂਪਲ ਜਿਹੜੇ ਹੈਗੇ ਆ ਇੰਪੋਰਟੈਂਟ ਟੈਂਪਲ ਕਿਹੜੇ ਦੇਖਣ ਨੂੰ ਮਿਲਦੇ ਆ, ਟੈਂਪਲ ਸਭ ਤੋਂ ਮੋਸਟ ਇੰਪੋਰਟੈਂਟ ਹੈ। ਠੀਕ ਹੈ ਜੀ, ਜੋ ਲਿੰਗਰਾਜਾ ਟੈਂਪਲ ਹੈ ਉਹ ਵੀ ਆਪਾਂ ਨੂੰ ਇੱਥੇ ਹੀ ਦੇਖਣ ਨੂੰ ਮਿਲਦਾ, ਜਿਸ ਨੂੰ ਇਹ ਜਿਹੜਾ ਲਿੰਗਰਾਜਾ ਜਿਹੜਾ ਹੈਗਾ ਟੈਂਪਲ ਹੈ ਇਹ ਕਾਫੀ ਫੇਮਸ ਹੈ, ਇਸ ਦਾ ਨਾਮ ਜ਼ਰੂਰ ਯਾਦ ਰੱਖਿਓ। ਠੀਕ ਹੈ ਜੀ, ਹੋਰ ਕਿਹੜਾ ਇੱਥੇ ਜਿਹੜਾ ਹੈਗਾ ਦੇਖਣ ਨੂੰ ਮਿਲਦਾ, ਜਿਹੜਾ ਹੈਗਾ ਜਗਨਨਾਥ ਟੈਂਪਲ ਹੈ। ਠੀਕ ਹੈ ਜੀ, ਜਗਨਨਾਥ ਟੈਂਪਲ ਵੀ ਇੱਥੇ ਹੀ ਦੇਖਣ ਨੂੰ ਮਿਲਦਾ, ਜਿਸ ਨੂੰ ਹੋਰ ਕੀ ਕਿਹਾ ਜਾਂਦਾ ਹੈਗਾ, ਵਾਈਟ ਪਗੌੜਾ ਵੀ ਕਿਹਾ ਜਾਂਦਾ। ਠੀਕ ਹੈ ਜੀ, ਪਕੌੜਾ ਨਹੀਂ ਪਗੌੜਾ, ਵਾਈਟ ਪਕੌੜਾ ਵੀ ਕਿਹਾ ਜਾਂਦਾ। ਅਤੇ ਹੋਰ ਕਿਹੜਾ ਇੰਪੋਰਟੈਂਟ ਜਿਹੜਾ ਦੇਖਣ ਨੂੰ ਮਿਲਦਾ, ਕੋਨਾਰਕ ਜਿਹੜਾ ਹੈਗਾ ਸਨ ਟੈਂਪਲ ਵੀ ਇੱਥੇ ਹੀ ਦੇਖਣ ਨੂੰ ਮਿਲਦਾ। ਠੀਕ ਹੈ ਜੀ, ਹੁਣ ਇਹ ਕੋਨਾਰਕ ਸਨ ਟੈਂਪਲ ਆ ਗਿਆ, ਉੱਥੇ ਆਪਾਂ ਦੇਖ ਲਓ ਗੁਜਰਾਤ ਦਾ ਕਿਹਾ, ਐਂ ਵੀ ਬੰਦਾ ਕਨਫਿਊਜ਼ ਹੋ ਸਕਦਾ। ਜਿਹੜਾ ਕੋਨਾਰਕ ਵਾਲਾ ਇਸ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ, ਬਲੈਕ ਭਗੌੜਾ ਵੀ ਕਿਹਾ ਜਾਂਦਾ, ਪਕੌੜਾ ਵੀ ਕਿਹਾ ਜਾਂਦਾ। ਠੀਕ ਹੈ, ਪਕੌੜਾ ਪਕੌੜਾ ਨਹੀਂ ਪਕੌੜਾ। ਠੀਕ ਹੈ, ਚਲੋ ਇੱਥੇ ਜਿਹੜੀਆਂ ਰੀਸੈਂਟ ਨਿਊਜ਼ ਦੇ ਵਿੱਚ ਸੀ ਆਪਾਂ ਗੱਲਾਂ ਉਹ ਦੇਖ ਲੈਂਦੇ ਹਾਂ। ਠੀਕ ਹੈ, ਬਲਰਾਮ ਸਕੀਮ ਇੱਥੋਂ ਦੀ ਜਿਹੜੀ ਹੈਗੀ ਆ ਰੀਸੈਂਟ ਨਿਊਜ਼ ਦੇ ਵਿੱਚ ਸੀਗੀ। ਮਧੂ ਬਾਬੂ ਪੈਨਸ਼ਨ ਯੋਜਨਾ ਵੀ ਇੱਥੋਂ ਦੀ ਜਿਹੜੀ ਹੈਗੀ ਆ ਰੀਸੈਂਟ ਨਿਊਜ਼ ਦੇ ਵਿੱਚ ਸੀਗੀ। ਗਰਿਮਾ ਜਿਹੜੀ ਸਕੀਮ ਹੈ ਉਹ ਵੀ ਨਿਊਜ਼ ਦੇ ਵਿੱਚ ਸੀਗੀ। ਠੀਕ ਹੈ, ਮੋ ਵਿਦਿਅਤ ਪੋਰਟਲ ਹੈ ਇਹ ਵੀ ਇਸ ਜਿਹੜਾ ਹੈਗਾ ਸਟੇਟ ਦੁਆਰਾ ਲਾਂਚ ਕੀਤਾ ਗਿਆ ਸੀਗਾ। ਅਤੇ ਜਿਹੜੀ ਹੈਗੀ ਆ ਕਾਲੀਆ ਯੋਜਨਾ ਵੀ ਇਸ ਸਟੇਟ ਦੁਆਰਾ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗੀ। ਅਤੇ ਜਿਹੜਾ ਹੈਗਾ ਕੋਵਿਡ-19 ਜਿਹੜੇ ਹੈਗਾ ਮੈਮੋਰੀਅਲ ਬਣਾਉਣ ਦੀ ਗੱਲ ਵੀ ਹੈ ਜਿਹੜੀ ਕਿਸ ਨੇ ਕਹੀ ਸੀ, ਉੜੀਸਾ ਸਟੇਟ ਦੇ ਨਾਲ, ਉੜੀਸਾ ਸਟੇਟ ਨੇ ਹੀ ਕਹੀ ਸੀ। ਅਤੇ ਜਿਹੜਾ ਹੈਗਾ ਹੋਰ ਵੀ ਜਿਹੜਾ ਹੈਗਾ ਸੈਂਡ ਫੈਸਟੀਵਲ ਹੈ। ਠੀਕ ਹੈ, ਸੈਂਡ ਫੈਸਟੀਵਲ ਵੀ ਹੈ ਜੋ ਉੜੀਸਾ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ। ਅਤੇ ਇੱਕ ਹੋਰ ਗੱਲ ਜੋ ਰੇਅਰ ਯੈਲੋ ਟਰਟਲ ਹੈ ਉਹ ਵੀ ਕਿੱਥੇ ਦੇਖਣ ਨੂੰ ਮਿਲਦਾ, ਇੱਥੇ ਹੀ ਦੇਖਣ ਨੂੰ ਮਿਲਦਾ। ਅਤੇ ਜੋ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਹੈ, ਠੀਕ ਹੈ, ਕਨਫਿਊਜ਼ ਨਹੀਂ ਹੋਣਾ, ਯੂਨੀਵਰਸਿਟੀ ਗੇਮਸ ਦੀ ਗੱਲ ਕਹੀ ਜਾ ਰਹੀ ਹੈ, ਇਹ ਕਿੱਥੇ ਹੋਈਆਂ ਸੀ, ਉੜੀਸਾ ਦੇ ਵਿੱਚ ਹੋਈਆਂ ਸੀ। ਬਾਕੀ ਦੇ ਲਈ ਟਾਈਮ ਨਹੀਂ ਤਾਂ ਮੈਂ ਉਹ ਵੀ ਇੱਥੇ ਸਾਰੀਆਂ ਡਿਸਕਸ ਕਰ ਲਾਂਗੇ। ਇੱਕ ਦਿਨ ਆਪਾਂ ਜਿੱਦੇ ਹੁਣ ਕੋਈ ਨਿਊਜ਼ ਬਣੀ ਖੇਡ ਦੀ ਆਪਾਂ ਉੱਥੇ ਸਾਰੀਆਂ ਜਿਹੜੀਆਂ ਹੈਗੀਆਂ ਯੂਨੀਵਰਸਿਟੀ ਹੁੰਦੀਆਂ ਵਿੰਟਰ, ਠੀਕ ਹੈ, ਸਾਰੀਆਂ ਜਿਹੜੀਆਂ ਹੈਗੀਆਂ ਇਹ ਗੇਮਸ ਡਿਸਕਸ ਜ਼ਰੂਰ ਕਰ ਲਾਂਗੇ। ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਜੋ ਪੰਖ ਅਭਿਆਨ ਹੈ ਇਹ ਕਿਸ ਦੁਆਰਾ ਲਾਂਚ ਕੀਤਾ ਗਿਆ, ਉੱਤਰਾਖੰਡ ਨਹੀਂ, ਪੰਖ ਅਭਿਆਨ ਹੈ MP ਦੇ ਨਾਲ ਰਿਲੇਟਡ ਹੈ। ਠੀਕ ਹੈ ਜੀ, ਉੱਤਰਾਖੰਡ ਦੀ ਮੈਨੂੰ ਉਹ ਵੀ ਯਾਦ ਆ ਗਿਆ ਹੈ ਨਾ ਵੀ ਇੱਕ ਦਿਨ ਦੇ ਲਈ ਜੋ CM ਬਣੀ ਸੀ, ਕੌਣ ਬਣੀ ਸੀ, ਜਰਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇਖ ਦਿਓ। ਜਿਹੜੀ ਹੈਗੀ ਆ ਨੈਸ਼ਨਲ ਗਰਲ ਚਾਈਲਡ ਵਾਲੇ ਦਿਨ ਹੈ ਜੋ ਬਣੀ ਸੀਗੀ। ਠੀਕ ਹੈ, ਨੈਸ਼ਨਲ ਗਰਲ ਚਾਈਲਡ ਵਾਲੇ ਦਿਨ ਹੀ ਜਿਹੜਾ ਹੈ ਪੰਖ ਅਭਿਆਨ ਹੈ ਇਹਨਾਂ ਦੁਆਰਾ ਲਾਂਚ ਕੀਤਾ ਗਿਆ ਸੀ। ਠੀਕ ਹੈ, ਜਿਹੜਾ ਹੈਗਾ ਬੇਟੀ ਬਚਾਓ ਬੇਟੀ ਪੜ੍ਹਾਓ ਇਸ ਸਕੀਮ ਦੇ ਅੰਡਰ ਹੀ ਹੈ ਇਸ ਨੂੰ ਕੀ ਕੀਤਾ ਗਿਆ ਵੀ ਜਿਹੜਾ ਹੈਗਾ ਗਰਲ ਨੂੰ ਇੰਪਾਵਰ ਬਣਾਉਣ ਦੇ ਲਈ ਹੈ ਇਹਨਾਂ ਨੇ ਇਹ ਇੱਦਾਂ ਦਾ ਜੋ ਹੈ ਪੰਖ ਅਭਿਆਨ ਹੈ ਜੋ ਲਾਂਚ ਕੀਤਾ। A ਕਾਹਦੇ ਲਈ ਹੈ, P ਫॉर ਸਟੈਂਡਸ ਫॉर ਪ੍ਰੋਟੈਕਸ਼ਨ, A ਫॉर ਅਵੇਅਰਨੈਸ ਐਂਡ
ਅਵੇਅਰਨੈਸ ਆਫ ਦੇਅਰ ਰਾਈਟਸ, ਠੀਕ ਹੈ, ਇਹ ਇਹਦੇ ਲਈ ਸਟੈਂਡ ਹੈ। ਅਤੇ N ਫॉर ਨਿਊਟ੍ਰੀਸ਼ਨ, K ਫॉर ਨੌਲੇਜ ਐਂਡ H ਫॉर ਹੈਲਥ। ਦਾ ਅਭਿਆਨ ਵਿਲ ਗੋ ਔਨ ਫॉर ਈਅਰ, ਠੀਕ ਹੈ, 1 ਸਾਲ ਦੇ ਲਈ ਹੈ ਜੋ ਇਹ ਅਭਿਆਨ ਚਲਾਇਆ ਜਾਊਗਾ। ਪੰਖ ਅਭਿਆਨ ਯਾਦ ਰੱਖਿਓ MP ਦੇ ਨਾਲ ਰਿਲੇਟਡ ਹੈ, ਠੀਕ ਹੈ ਜੀ। ਅਤੇ ਹੁਣ ਆਪ MP ਦਾ ਨਾਮ ਆਇਆ ਤਾਂ MP ਨਾਲ ਵੀ ਗੱਲਾਂ ਜਿਹੜੀਆਂ ਹੈਗੀਆਂ ਸਾਂਝੀਆਂ ਜ਼ਰੂਰ ਕਰ ਲੈਂਦੇ ਹਾਂ। MP ਹੈ ਤਾਂ MP ਦੇ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ CM ਕੌਣ ਨੇ। CM ਹੁਣੀ ਆਪਾਂ ਦੇਖ ਕੇ ਹਟੇ ਹਾਂ ਕੌਣ ਨੇ, ਸ਼ਿਵਰਾਜ ਸਿੰਘ ਚੌਹਾਨ ਜੀ ਹੈ ਜੋ ਇੱਥੋਂ ਦੇ ਕੀ ਦੇਖਣ ਨੂੰ ਮਿਲਦੇ ਆ, CM ਦੇਖਣ ਨੂੰ ਮਿਲਦੇ ਆ। ਅਤੇ ਗਵਰਨਰ ਇੱਥੋਂ ਦੇ ਆਨੰਦੀਬੇਨ ਪਟੇਲ ਜੀ ਦੇਖਣ ਨੂੰ ਮਿਲਦੇ ਆ। ਅਤੇ ਆਨੰਦੀਬੇਨ ਪਟੇਲ ਜੀ ਨਾਲ ਗੱਲ ਹੋਰ ਯਾਦ ਰੱਖਿਓ, ਇਹ ਹੋਰ ਕਿਹੜੀ ਜਿਹੜੀ ਹੈਗੇ ਸਟੇਟ ਦੇ ਗਵਰਨਰ ਦੇਖਣ ਨੂੰ ਮਿਲਦੇ ਆ, ਅਤੇ UP ਦੇ ਦੇਖਣ ਨੂੰ ਮਿਲਦੇ ਆ, ਠੀਕ ਹੈ ਜੀ। ਅਤੇ ਇੱਥੋਂ ਦੀ ਜੋ ਕੈਪੀਟਲ ਕਿਹੜੀ ਦੇਖਣ ਨੂੰ ਮਿਲਦੀ ਹੈ, ਕੈਪੀਟਲ ਹੈ ਭੋਪਾਲ ਹੈ ਇੱਥੋਂ ਦੀ ਜੋ ਕੈਪੀਟਲ ਦੇਖਣ ਨੂੰ ਮਿਲਦੀ ਹੈ, ਠੀਕ ਹੈ ਜੀ। ਅਤੇ ਵੈਸੇ ਤਾਂ ਜੋ ਇਹ ਸਟੇਟ ਹੈ ਮੱਧ ਪ੍ਰਦੇਸ਼ ਅਬਾਊਟ ਕਾਫੀ ਵਾਰ ਜੋ ਆਪਾਂ ਡਿਸਕਸ ਕਰ ਚੁੱਕੇ ਹਾਂ, ਠੀਕ ਹੈ ਜੀ। ਫਿਰ ਵੀ ਆਪਾਂ ਮੋਟਾ ਦੇਖ ਲੈਂਦੇ ਹਾਂ। ਜੇ ਗੱਲ ਕਹੀ ਜਾਵੇ ਨੈਸ਼ਨਲ ਪਾਰਕ ਦੀ, ਸਭ ਤੋਂ ਜ਼ਿਆਦਾ ਜੋ ਨੈਸ਼ਨਲ ਪਾਰਕ ਹੈ ਉਹ ਇੱਥੇ ਹੀ ਦੇਖਣ ਨੂੰ ਮਿਲਦੇ ਆ, ਠੀਕ ਹੈ ਜੀ। ਮੋਟੇ ਜੇ ਮੈਂ ਦੱਸ ਦਿੰਦਾ, ਜ਼ਿਆਦਾ ਮੈਂ ਫਿਰ ਕਦੇ ਜਦੋਂ ਆਈ ਗੱਲ, ਠੀਕ ਹੈ, ਉੱਥੇ ਰੱਖ ਲਾਂਗੇ, ਠੀਕ ਹੈ। ਕਾਫੀ ਲੈਕਚਰ ਹੈ ਜੋ ਲੰਬਾ ਹੁੰਦਾ ਜਾ ਰਿਹਾ। ਜਿਹੜਾ ਹੈਗਾ ਬਾਂਧਵਗੜ੍ਹ ਨੈਸ਼ਨਲ ਪਾਰਕ ਹੈ ਇੱਥੇ ਹੀ ਦੇਖਣ ਨੂੰ ਮਿਲਦਾ, ਠੀਕ ਹੈ ਜੀ। ਜਿਹੜਾ ਹੈਗਾ ਘੁਘੂਆ ਫੋਸਿਲ ਪਾਰਕ ਵੀ ਇੱਥੇ ਹੀ ਦੇਖਣ ਨੂੰ ਮਿਲਦਾ ਹੈ। ਮਾਧਵ ਨੈਸ਼ਨਲ ਪਾਰਕ ਵੀ ਇੱਥੇ ਹੀ ਦੇਖਣ ਨੂੰ ਮਿਲਦਾ ਹੈ, ਠੀਕ ਹੈ ਜੀ। ਸੰਜੇ ਨੈਸ਼ਨਲ ਪਾਰਕ ਵੀ ਇੱਥੇ ਹੀ ਦੇਖਣ ਨੂੰ ਮਿਲਦਾ ਹੈ। ਪੰਨਾ ਨੈਸ਼ਨਲ ਪਾਰਕ ਇੱਥੇ ਦੇਖਣ ਨੂੰ ਮਿਲਦਾ ਹੈ। ਪੈਂਚ ਨੈਸ਼ਨਲ ਪਾਰਕ ਇੱਥੇ ਦੇਖਣ ਨੂੰ ਮਿਲਦਾ ਹੈ, ਠੀਕ ਹੈ ਜੀ। ਕੁੰਨੋ ਨੈਸ਼ਨਲ ਪਾਰਕ ਹੈ ਜੋ ਇੱਥੇ ਦੇਖਣ ਨੂੰ ਮਿਲਦਾ ਹੈ। ਵਨ ਵਿਹਾਰ ਨੈਸ਼ਨਲ ਪਾਰਕ ਇੱਥੇ ਦੇਖਣ ਨੂੰ ਮਿਲਦਾ ਹੈ, ਠੀਕ ਹੈ ਜੀ। ਅਤੇ ਜਿਹੜਾ ਹੈਗਾ ਕਾਨ੍ਹਾ ਟਾਈਗਰ ਰਿਜ਼ਰਵ ਵੀ ਹੈ ਇੱਥੇ ਹੀ ਦੇਖਣ ਨੂੰ ਮਿਲਦਾ ਹੈ, ਠੀਕ ਹੈ। ਟੈਂਪਲ ਵੀ ਇੱਥੇ ਕਾਫੀ ਦੇਖਣ ਨੂੰ ਮਿਲਦੇ ਆ। ਅਤੇ ਵੈਸੇ ਆਪਾਂ ਜਿਹੜੇ ਹੈਗੇ ਇੰਪੋਰਟੈਂਟ 1-2 ਦੇਖ ਲੈਂਦੇ ਹਾਂ। ਚਤੁਰਭੁਜ ਜਿਹੜਾ ਹੈਗਾ ਟੈਂਪਲ ਵੀ ਹੈਗਾ ਗਵਾਲੀਅਰ ਦੇ ਵਿੱਚ ਇੱਥੇ ਦੇਖਣ ਨੂੰ ਮਿਲਦਾ, ਠੀਕ ਹੈ। ਸਾਸ ਬਹੂ ਜਿਹੜਾ ਹੈਗਾ ਟੈਂਪਲ ਇੱਥੇ ਦੇਖਣ ਨੂੰ ਮਿਲਦਾ, ਠੀਕ ਹੈ ਜੀ। ਜਿਹੜਾ ਹੈਗਾ ਪਸ਼ੂਪਤੀ ਟੈਂਪਲ ਹੈ ਉਹ ਵੀ ਇੱਥੇ ਦੇਖਣ ਨੂੰ ਮਿਲਦਾ। ਏਰੀਆ ਵਾਈਜ਼ ਦੇ ਵਿੱਚ ਆਪਣਾ ਜਿਹੜਾ ਹੈਗਾ ਇਹ MP ਹੈ ਤਾਂ ਜਿਹੜਾ ਹੈਗਾ ਇਹ 91ਵੇਂ ਸਥਾਨ 'ਤੇ ਆਉਂਦਾ। ਸਭ ਤੋਂ ਪਹਿਲਾਂ ਆਉਂਦਾ ਰਾਜਸਥਾਨ, ਸੈਕਿੰਡ ਦੇ ਵਿੱਚ ਹੈ ਜੋ ਮੱਧ ਪ੍ਰਦੇਸ਼ ਹੀ ਆਉਂਦਾ, ਠੀਕ ਹੈ, ਸੈਕਿੰਡ ਨੰਬਰ 'ਤੇ ਅਕੋਰਡਿੰਗ ਟੂ ਏਰੀਆ ਵਾਈਜ਼ ਗੱਲ ਕਰ ਰਹੇ ਹਾਂ। ਅਤੇ ਸਭ ਤੋਂ ਜ਼ਿਆਦਾ ਜਿਹੜਾ ਫੋਰੈਸਟ ਦਾ ਏਰੀਆ ਕਵਰ ਕੀਤਾ ਜਾਂਦਾ ਹੈ ਇੰਡੀਆ ਦੇ ਵਿੱਚ ਤਾਂ ਉਹ MP ਦੁਆਰਾ ਹੀ ਜਿਹੜਾ ਹੈਗਾ ਕਵਰ ਕੀਤਾ ਜਾਂਦਾ, ਠੀਕ ਹੈ ਜੀ। ਅਤੇ ਹੋਰ ਆਪਾਂ ਇਸ ਦੇ ਅਬਾਊਟ ਜਿਹੜੀਆਂ ਹੈਗੀਆਂ ਰੀਸੈਂਟ ਗੱਲਾਂ ਫਿਰ ਜਦੋਂ ਇਸ ਦਾ ਕਦੇ ਨਾਮ ਆਇਆ MP ਦਾ ਉੱਥੇ ਦੇਖ ਲਾਂਗੇ। ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ ਚੱਲਦੇ ਹਾਂ। ਇਸ ਵਾਰ ਦਾ ਜੋ ਬਜਟ ਹੈ, ਠੀਕ ਹੈ, ਪਹਿਲੀ ਵਾਰ ਆਪਣਾ ਜੋ ਬਜਟ ਪ੍ਰਸਤੁਤ ਹੋਣ ਜਾ ਰਿਹਾ ਹੈ ਮੋਬਾਈਲ ਐਪ ਯਾਨੀ ਕਿ ਪੇਪਰਲੈਸ ਹੈ ਜੋ ਪਹਿਲੀ ਵਾਰ ਇਹ ਯੂਨੀਅਨ ਬਜਟ ਹੈ ਜੋ ਇਸ ਵਾਰ ਦਾ ਪੇਸ਼ ਹੋਊਗਾ, ਠੀਕ ਹੈ। 2021-22 ਦਾ ਜੋ ਇਹ ਕੀਤਾ ਜਾਊਗਾ ਇਹ ਔਨਲਾਈਨ ਹੀ ਹੋਊਗਾ, ਠੀਕ ਹੈ। ਇੱਕ ਹਿਸਾਬ ਦਾ ਆਪਾਂ ਕਹਿ ਦਈਏ ਵੀ ਪੇਪਰਲੈਸ ਜਿਹੜਾ ਹੈਗਾ ਬਜਟ ਪੇਸ਼ ਕੀਤਾ ਜਾਊਗਾ, ਠੀਕ ਹੈ ਜੀ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਜੋ ਆਪਣੇ ਫਾਈਨੈਂਸ ਮਿਨਿਸਟਰ ਹੈ ਕੌਣ ਨੇ। ਫਾਈਨੈਂਸ ਮਿਨਿਸਟਰ ਆਪਣੇ ਦੇਖਣ ਨੂੰ ਮਿਲਦੇ ਆ ਜੀ ਨਿਰਮਲਾ ਸੀਤਾਰਮਨ ਜੀ ਹੈ ਜੋ ਪ੍ਰੈਜ਼ੈਂਟ ਦੇ ਕੀ ਦੇਖਣ ਨੂੰ ਮਿਲਦੇ ਆ ਆਪਣੇ ਨਿਰਮਲਾ ਸੀਤਾਰਮਨ ਜੀ ਫਾਈਨੈਂਸ ਮਿਨਿਸਟਰ ਦੇਖਣ ਨੂੰ ਮਿਲਦੇ ਆ। ਅਤੇ ਇਸ ਦੇ ਅਬਾਊਟ ਜੋ ਗੱਲਾਂ ਆਪਾਂ ਬਜਟ ਦੇ ਅਬਾਊਟ ਵੈਸੇ ਤਾਂ ਮੈਂ ਬਹੁਤ ਜਿਹੜੀਆਂ ਹੈਗੀਆਂ ਕਾਫੀ ਜਿਹੜੀਆਂ ਹੈਗੀਆਂ ਡਿਟੇਲ ਦੇ ਵਿੱਚ ਡਿਸਕਸ ਕਰ ਲਈਆਂ ਸੀ, ਪਰ ਆਪਾਂ ਇਸ ਦੀਆਂ ਮੋਟੀਆਂ ਜਿਹੀਆਂ ਗੱਲਾਂ ਦੇਖ ਲੈਂਦੇ ਹਾਂ। ਇਸ ਨੂੰ ਪ੍ਰੈਜ਼ੈਂਟ ਕਦੋਂ ਕਰਿਆ ਜਾਂਦਾ, 1 ਫਰਵਰੀ ਨੂੰ ਹੈ ਜੋ ਇਸ ਨੂੰ ਪ੍ਰੈਜ਼ੈਂਟ ਕਰਿਆ ਜਾਂਦਾ। ਅਤੇ ਜਿਹੜਾ ਹੈਗਾ ਫਸਟ ਟਾਈਮ ਜੋ 2021 ਦਾ ਇਹ ਤਾਂ ਦੱਸ ਹੀ ਦਿੱਤਾ ਹੈ ਵੀ ਇਹ ਕਿੰਨੇ ਦੇ ਵਿੱਚ ਹੈ, 2021 ਦੇ ਵਿੱਚ ਜੋ ਇਹ ਪੇਸ਼ ਹੋਣ ਜਾ ਰਿਹਾ ਹੈ। ਇਹ ਥਰਡ ਟਾਈਮ ਹੈ ਜੋ ਨਿਰਮਲਾ ਸੀਤਾਰਮਨ ਜੀ ਆ ਇਸ ਨੂੰ ਪੇਸ਼ ਕਰਨੀ ਹੈ ਅਤੇ ਇਹ ਪੇਪਰਲੈਸ ਹੋਊਗਾ, ਠੀਕ ਹੈ ਜੀ। ਅਤੇ ਜੋ ਇਹ ਯੂਨੀਅਨ ਬਜਟ ਐਪ ਜੋ ਬਣਾਈ ਜਾ ਰਹੀ ਹੈ ਇਹ ਕਿਸ ਦੁਆਰਾ ਹੋ ਸਕਦਾ ਪੁੱਛ ਲਿਆ ਜਾਵੇ ਵੀ ਇਸ ਕਿਸ ਦੁਆਰਾ ਡਿਵੈਲਪ ਕੀਤੀ ਜਾ ਰਹੀ ਹੈ। ਇਹ ਕਰੀ ਜਾ ਰਹੀ ਹੈ ਨੈਸ਼ਨਲ ਇਨਫੋਰਮੈਟਿਕ ਸੈਂਟਰ ਦੁਆਰਾ ਜਿਹੜੀ ਹੈਗੀ ਹੈ ਇਸ ਨੂੰ ਡਿਵੈਲਪ ਕੀਤਾ ਜਾ ਰਿਹਾ। ਅਤੇ ਇਸ ਨੂੰ ਜਿਹੜਾ ਹੈਗਾ ਲਾਂਚ ਹੈ ਕੌਣ ਕਰੂਗਾ, ਨਿਰਮਲਾ ਸੀਤਾਰਮਨ ਜੀ ਕਰਨਗੇ, ਠੀਕ ਹੈ ਜੀ। ਅਤੇ ਇਸ ਦੇ ਲਈ ਜੇ ਆਪਾਂ ਕਹੀਏ ਵੀ ਇਸ ਨੂੰ ਜਿਹੜਾ ਹੈਗਾ ਇਹ ਕੌਂਸਟੀਟਿਊਸ਼ਨ ਦੇ ਵਿੱਚ ਕੋਈ ਆਰਟੀਕਲ ਦੇ ਵਿੱਚ ਮੈਂਸ਼ਨ ਹੈ ਬਜਟ, ਤਾਂ ਜਿਹੜਾ ਬਜਟ ਵਰਡ ਹੈ ਇਹ ਕਿਤੇ ਵੀ ਮੈਂਸ਼ਨ ਨਹੀਂ, ਠੀਕ ਹੈ ਜੀ। ਹਾਂ ਇੱਕ ਇਹ ਚੀਜ਼ ਜ਼ਰੂਰ ਮੈਂਸ਼ਨ ਕੀਤੀ ਹੋਈ ਹੈ ਕਿ ਐਨੂਅਲ, ਠੀਕ ਹੈ ਜੀ, ਫਾਈਨੈਂਸ਼ੀਅਲ ਸਟੇਟਮੈਂਟ ਹੈ ਇਹ ਹੈਗੀ ਆ 112 ਨੰਬਰ ਦੇ ਆਰਟੀਕਲ ਦੇ ਵਿੱਚ ਇਹ ਮੈਂਸ਼ਨ ਕੀਤੀ ਹੋਈ ਹੈ, ਠੀਕ ਹੈ। ਅਤੇ ਜੇ ਪੁੱਛ ਲਿਆ ਜਾਵੇ ਫਾਦਰ ਆਫ ਬਜਟ ਕਿਸ ਨੂੰ ਕਿਹਾ ਜਾਂਦਾ ਤਾਂ ਇਹ ਕੀ ਹੋਊਗਾ, ਜੇਮਸ ਵਿਲਸਨ ਹੈ, ਇਹਨਾਂ ਨੂੰ ਜਿਹੜਾ ਹੈਗਾ ਫਾਦਰ ਆਫ ਬਜਟ ਕਿਹਾ ਜਾਂਦਾ, ਠੀਕ ਹੈ ਜੀ। ਅਤੇ ਜੋ ਆਪਣਾ ਫਸਟ ਬਜਟ ਜਿਹੜਾ ਹੈਗਾ ਪੇਸ਼ ਹੋਇਆ ਸੀ ਇੰਡੀਪੈਂਡੈਂਸ ਦੇ ਬਾਅਦ, ਠੀਕ ਹੈ, ਤਾਂ ਉਹ ਕਿਹਦੇ ਦੁਆਰਾ ਕੀਤਾ ਗਿਆ ਸੀ, RK ਚੈਟੀ ਜੀ ਦੁਆਰਾ ਜਿਹੜਾ ਹੈਗਾ ਆਪਣਾ ਫਸਟ ਜਿਹੜਾ ਹੈਗਾ ਬਜਟ ਪੇਸ਼ ਕੀਤਾ ਗਿਆ ਸੀ। ਅਤੇ ਸਭ ਤੋਂ ਜ਼ਿਆਦਾ, ਠੀਕ ਹੈ, 10 ਵਾਰ ਕਿਸ ਦੁਆਰਾ ਜਿਹੜਾ ਹੈਗਾ ਬਜਟ ਪੇਸ਼ ਕੀਤਾ ਗਿਆ, ਤਾਂ ਇਸ ਦਾ ਆਨਸਰ ਕੀ ਹੋਊਗਾ, ਮੋਰਾਰਜੀ ਦੇਸਾਈ ਜੀ ਦੁਆਰਾ ਜਿਹੜਾ ਹੈਗਾ 10 ਵਾਰ ਜਿਹੜਾ ਹੈਗਾ ਹੁਣ ਤੱਕ ਜਿਹੜਾ ਬਜਟ ਪੇਸ਼ ਕੀਤਾ ਜਾ ਚੁੱਕਿਆ ਹੈਗਾ। ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਇਹ ਸੀਗਾ ਆਪਣਾ ਬਜਟ ਇਸ ਵਾਰ ਦਾ ਜੋ ਪੇਪਰਲੈਸ ਹੋਣਾ ਗਾ।
ਨਿਊਜ਼ ਹੋ ਗਈਆਂ ਆਪਣੀਆਂ ਖਤਮ ਤੇ ਆਪਾਂ ਕੁਐਸਚਨ ਜਲਦੀ ਜਲਦੀ ਚ ਦੇਖ ਲੈਨੇ ਕਿਹੜਾ ਸਨ ਟੈਂਪਲ ਜਿਹੜਾ ਮੋਡੇਰਾ ਸਨ ਟੈਂਪਲ ਮੋਡੇਰਾ ਇਹ ਕਿੱਥੇ ਸਿਚੁਏਟਡ ਹੈ ਠੀਕ ਹੈ ਜੀ। ਤੇ ਇੱਕ ਹੋਰ ਦੱਸ ਦਿਓ ਜਿਹੜਾ ਕੋਨਾਰਕ ਸਨ ਟੈਂਪਲ ਹੈ ਇਹ ਕਿਹੜੀ ਸਟੇਟ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਹੂ ਵਾਜ਼ ਦਾ ਫਸਟ ਫੀਮੇਲ ਟੂ ਗੈਟ ਹਾਈਐਸਟ ਸਿਵਲੀਅਨ ਅਵਾਰਡ ਭਾਰਤ ਰਤਨ ਠੀਕ ਹੈ ਜੀ। ਇਸ ਦੇ ਅਬਾਊਟ ਵੈਸੇ ਮੈਂ ਡਿਸਕਸ ਨਹੀਂ ਕਰਿਆ, ਚਲੋ ਮੈਂ ਇਸ ਦਾ ਆਨਸਰ ਦੱਸ ਦਿੰਦਾ। ਇੰਦਰਾ ਗਾਂਧੀ ਜੀ ਠੀਕ ਹੈ, ਇੰਦਰਾ ਗਾਂਧੀ ਜੀ ਸੀਗੇ ਫਸਟ ਫੀਮੇਲ ਜਿਨ੍ਹਾਂ ਨੂੰ ਇਹ ਮਿਲਿਆ ਸੀ। ਤੁਸੀਂ ਸੈਕਿੰਡ ਵੱਲ ਦੱਸ ਦਿਓ ਸੈਕਿੰਡ ਜਿਹੜੇ ਫੀਮੇਲ ਸੀ ਕਿਹਨਾਂ ਨੂੰ ਮਿਲਿਆ ਸੀਗਾ। ਔਨ ਦ ਓਕੇਸ਼ਨ ਆਫ ਨੈਸ਼ਨਲ ਗਰਲਸ ਡੇ ਹੂ ਵਾਜ਼ ਉੱਤਰਾਖੰਡਸ ਨਿਊ ਚੀਫ ਮਿਨਿਸਟਰ ਫॉर वन डे ਇੱਕ ਦਿਨ ਲਈ ਕੌਣ ਬਣੀ ਸੀ ਉਹਨਾਂ ਦਾ ਨਾਮ ਦੱਸ ਦਿਓ। ਇਸ ਤਾਂ ਮੈਂ ਪਹਿਲਾਂ ਹੀ ਪੁੱਟ ਕਰ ਚੁੱਕਿਆ। ਇਨ ਵਿਚ ਈਅਰ ਇਸਰੋ ਇਜ਼ ਸ਼ਡਿਊਲ ਟੂ ਲਾਂਚ ਇਟਸ ਵਿਨਸ ਮਿਸ਼ਨ ਯਾਨੀ ਕਿ ਸ਼ੁਕਰਯਾਨ ਮਿਸ਼ਨ ਹੈ ਕਿੰਨੇ ਦੇ ਵਿੱਚ ਜਿਹੜਾ ਲਾਂਚ ਕੀਤਾ ਜਾਊਗਾ ਇਸ ਦਾ ਟਾਰਗੇਟ ਰੱਖਿਆ ਗਿਆ। ਵੈਨ ਵਾਜ਼ ਦ ਨੈਸ਼ਨਲ ਫਲੈਗ ਆਫ ਇੰਡੀਆ ਅਡੋਪਟਡ ਜਿਹੜਾ ਹੈਗਾ ਆਪਣਾ ਨੈਸ਼ਨਲ ਫਲੈਗ ਹੈ ਇਸ ਨੂੰ ਕਦੋਂ ਅਡੋਪਟ ਕਰਿਆ ਗਿਆ ਸੀ ਕਿੰਨੀ ਡੇਟ ਨੂੰ ਕਰਿਆ ਗਿਆ ਸੀ ਇਹ ਦੱਸਿਓ। ਭਿੱਤਰਕਨਿਕਾ ਨੈਸ਼ਨਲ ਪਾਰਕ ਸਿਚੁਏਟਡ ਇਨ ਵਿਚ ਸਟੇਟ ਠੀਕ ਹੈ ਜੀ। ਭਿੱਤਰਕਨਿਕਾ ਨੈਸ਼ਨਲ ਪਾਰਕ ਹੈ ਕਿਹੜੀ ਸਟੇਟ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਇਸ ਦਾ ਆਨਸਰ ਦੱਸ ਦਿਓ ਠੀਕ ਹੈ ਜੀ। ਇਸ ਲੈਕਚਰ ਦਾ ਜੋ PDF ਆ ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਜਿਹੜਾ ਮਿਲ ਜਾਏਗਾ ਤੇ ਤੁਸੀਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵੀ ਮੇਰੇ ਨਾਲ ਜੁੜ ਸਕਦੇ ਹੋ। ਸਾਰਾ ਕੁਛ ਜੋ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪ੍ਰੋਵਾਈਡ ਕਰ ਦਿੱਤਾ ਜਾਵੇਗਾ ਠੀਕ ਹੈ ਜੀ। ਤੇ ਦੱਸ ਦਿਓ ਵੀ ਆਪਣਾ ਲੈਕਚਰ ਕਿਵੇਂ ਦਾ ਲੱਗਦਾ ਗਾ। ਤੁਸੀਂ ਹੋਰ ਡਿਟੇਲ ਦੇ ਵਿੱਚ ਚਾਹੁੰਦੇ ਹੋ ਤਾਂ ਮੈਂ ਉਹ ਵੀ ਕਰਨ ਦੀ ਕੋਸ਼ਿਸ਼ ਕਰਾਂਗਾ ਠੀਕ ਹੈ। ਪਰ ਤੁਸੀਂ ਇੱਕ ਮੈਨੂੰ ਐਂ ਜ਼ਰੂਰ ਦੱਸ ਦਿਓ ਵੀ ਆਪਣਾ ਜਿਹੜਾ ਲੈਕਚਰ ਆ ਵੀ ਕਿੰਨੇ ਕੁ ਟਾਈਮ ਦਾ ਹੋਵੇ ਠੀਕ ਹੈ। ਉਸ ਟਾਈਮ ਨਾਲ ਆਪਾਂ ਥੋੜ੍ਹੀਆਂ ਜਿਹੀਆਂ ਨਿਊਜ਼ ਐਡਜਸਟ ਕਰ ਲਿਆ ਕਰਾਂਗੇ, ਇੱਕ ਦੋ ਦਿਨ ਅੱਗੇ ਪਿੱਛੇ ਕਰ ਲਿਆ ਕਰਾਂਗੇ ਠੀਕ ਹੈ। ਪਰ ਤੁਸੀਂ ਦੱਸ ਦਿਓ ਵੀ 30 ਮਿੰਟ ਦਾ ਠੀਕ ਹੈ ਜਾਂ 25 ਮਿੰਟ ਦਾ ਜਾਂ 35 ਮਿੰਟ ਦਾ ਠੀਕ ਹੈ। ਇਹਨਾਂ 'ਚੋਂ ਡਿਸਾਈਡ ਕਰ ਲਿਓ ਜਾਂ ਇਹ ਤੋਂ ਵੱਧ ਘੱਟ ਵੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਉਹ ਵੀ ਦੱਸ ਦਿਓ, ਕੋਈ ਚੱਕਰ ਨਹੀਂ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਿਹੜੇ ਸੀਰੀਅਸਲੀ ਸੁਣ ਰਹੇ ਆ ਠੀਕ ਹੈ, ਜਿਹੜੇ ਸੀਰੀਅਸਲੀ ਤਿਆਰੀ ਕਰ ਰਹੇ ਆ ਉਹਨਾਂ ਲਈ ਹੈ। ਚਲੋ ਜੀ ਇਹ ਸੀਗਾ ਅੱਜ ਦਾ ਲੈਕਚਰ। ਤੁਹਾਡਾ ਇੰਨਾ ਕੀਮਤੀ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ।